पग पंकज बंदन, पग पंकज बंदन। सिमरो अंगद दुख निकंदन। अमरदास गुर हृदय त्यावो, हृदय त्यावो। श्री गुरु रामदास गुण गावो। श्री अर्जन विघ्नन के नाशक, विघ्नन के नाशक। श्री हर गोबिंद शोभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम किरपाला, वाहिगुरु परम किरपाला। श्री गुरु गोबिंद सिंह बिसाला, तरों तरह पर पुन पुन सीसा, पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। सतगुर मम बेरी कटहो, निज बेरी परचार। एह बेरी होए भव सफल, बिन बेरी कर पार। एक ओंकारा सतगुरु, तेह प्रसाद सच होए। वाहिगुरु जी की फतेह। विघ्न विनाशन सोए। धन धन सच्चे पातशाह गरीब नवाज, दीन दुनिया दे मालिक, चबर छत्र तखत दे मालिक, समरथ गुरु परतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख सबरूप सच्चे पातशाह, दासां गरीबां सिखां सेवकां दी सदा इज्जत रखण वाले, पत रखण वाले, दया करन वाले, रहमतां बख्शिशां करन वाले,
ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ, ਸਤਿਗੁਰੂ ਜੀ ਨੇ ਮਿਹਰ ਕੀਤੀ ਹੈ। ਆਪਣੀ ਹਜ਼ੂਰੀ ਵਿੱਚ ਬੈਠਣ ਦਾ ਸਮਾਂ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਮਿਹਰ ਦੇ ਨਾਲ ਗੁਰੂ ਘਰ ਵਿੱਚ ਆ ਕੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਆਪੋ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਓ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰ ਰਹੇ ਹੋ। ਵਾਹ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੇਅੰਤ ਸਿੱਖ ਆਉਂਦੇ ਹਨ, ਆ ਕੇ ਆਪੋ ਆਪਣੀ ਜਿਗਿਆਸਾ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰੱਖਦੇ ਹਨ। ਗੁਰੂ ਸਾਹਿਬ ਉਹਨਾਂ ਉੱਤੇ ਮਿਹਰ ਕਰਦੇ ਹੈ, ਕਿਰਪਾ ਕਰਦੇ ਹੈ, ਬਖਸ਼ਿਸ਼ ਕਰਦੇ ਹੈ, ਉਹਨਾਂ ਦਾ ਕਲਿਆਣ ਕਰਦੇ ਹਨ। ਕੱਲ੍ਹ ਵਾਲਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਹਰੀਕੇ ਪਿੰਡ ਵਿੱਚ ਪਹੁੰਚੇ ਹੈ। ਉੱਥੋਂ ਦਾ ਚੌਧਰੀ ਇਹ ਜਾਣ ਕੇ ਵੀ ਮਹਾਰਾਜ ਇੱਥੇ ਹੀ ਰਹਿੰਦੇ ਰਹੇ ਹੈ, ਫਿਰ ਕੀ ਹੈ ਜੇ ਹੁਣ ਵੱਡੀ ਪਦਵੀ ਪ੍ਰਾਪਤ ਹੋਈ ਹੈ। ਉਹਨੇ ਹੰਕਾਰ ਕੀਤਾ। ਜਿੱਥ ਪਲੰਘੇ ਤੇ ਗੁਰੂ ਸਾਹਿਬ ਬੈਠੇ ਉਸੇ ਪਲੰਘੇ ਤੇ ਆ ਕੇ ਉਹ ਵੀ ਬੈਠ ਗਿਆ ਜੀ। ਝੁਕਿਆ ਨਹੀਂ, ਨਮਸਕਾਰ ਨਹੀਂ ਕੀਤੀ। ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਚੌਧਰੀ ਦੇ ਮਨ ਵਿੱਚ ਬੜਾ ਹੰਕਾਰ ਹੈ, ਇਹਨੇ ਬੇਅਦਬੀ ਕੀਤੀ ਹੈ। ਮਹਾਰਾਜ ਕਹਿਣ ਲੱਗੇ ਬੇਅਦਬੀ ਸਾਡੀ ਨਹੀਂ ਕੀਤੀ, ਬੇਅਦਬੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਨਾ ਪੀੜਾ ਰਹੇਗਾ ਤੇ ਨਾ ਪਲੰਘਾ ਰਹੇਗਾ। ਉਸ ਦਿਨ ਤੋਂ ਬਾਅਦ ਉਸ ਚੌਧਰੀ ਦਾ ਪ੍ਰਤਾਪ ਘਟਣਾ ਸ਼ੁਰੂ ਹੋ ਗਿਆ ਜੀ। ਘਟਦਾ ਪ੍ਰਤਾਪ ਉਹਦਾ ਖਤਮ ਹੀ ਹੋ ਗਿਆ ਜੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਜੀ ਇਸ ਗੱਲ ਦਾ ਬੜਾ ਧਿਆਨ ਰੱਖਣਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸਤਿਗੁਰੂ ਜੀ ਦਾ ਸਦਾ ਹੀ ਸਤਿਕਾਰ ਕਰਨਾ। ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੇ ਨੂੰ ਬਹੁਤ ਕੁਝ ਮਿਲਦਾ ਜੀ, ਬਹੁਤ ਕੁਝ ਮਿਲਦਾ, ਪ੍ਰਾਪਤ ਹੁੰਦਾ ਹੈ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ, ਅਸੀਂ ਆਪਣੇ ਭਲੇ ਲਈ ਆਪਣੇ ਸਤਿਗੁਰੂ ਜੀ ਦਾ ਸਤਿਕਾਰ ਕਰਨਾ ਜੀ। ਉਹਦੇ ਤੋਂ ਬਾਅਦ ਮਹਾਰਾਜ ਜੀ ਨੂੰ ਖਡੂਰ ਸਾਹਿਬ ਨਗਰ ਦਾ ਚੌਧਰੀ ਕਹਿੰਦਾ ਮਹਾਰਾਜ ਮਿਰਗੀ ਦਾ ਦੌਰਾ ਪੈਂਦਾ। ਮਹਾਰਾਜ ਕਹਿੰਦੇ ਸ਼ਰਾਬ ਪੀਣੀ ਹਟ ਜਾ, ਦੌਰਾ ਪੈਣਾ ਵੀ ਹਟ ਜਾਏਗਾ। ਜਦੋਂ ਸ਼ਰਾਬ ਪੀਵੇਂਗਾ ਉਦੋਂ ਦੌਰਾ ਪੈ ਜਾਏਗਾ। ਜਿੰਨਾ ਚਿਰ ਤੇ ਸ਼ਰਾਬ ਛੱਡੀ ਰੱਖੀ ਜੀ ਉਹਨਾਂ ਚਿਰ ਤੱਕ ਤੇ ਦੌਰਾ ਸਹੀ ਰਿਹਾ। ਜਦੋਂ ਇੱਕ ਦਿਨ ਸ਼ਰਾਬ ਪੀ ਕੇ ਅਟਾਰੀ ਤੇ ਚੜ੍ਹ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਬਚਨ ਮੋੜ ਦਿੱਤਾ ਜੇ। ਮਹਾਰਾਜ ਨੇ ਕਿਹਾ ਫਿਰ ਮਿਰਗੀ ਵੀ ਆ ਰਹੀ ਹੈ। ਉੱਥੇ ਹੀ ਮਿਰਗੀ ਦਾ ਦੌਰਾ ਪਿਆ, ਹੇਠਾਂ ਡਿੱਗਿਆ ਤੇ ਮਰ ਗਿਆ ਜੀ। ਇਹ ਸਾਖੀ ਤੁਸੀਂ ਸਰਵਣ ਕੀਤੀ। ਗੁਰੂ ਸਾਹਿਬ ਜੀ ਦਾ ਬਚਨ ਮੰਨਣ ਵਾਲੇ ਨੂੰ ਬਹੁਤ ਸੁੱਖ ਮਿਲਦੇ ਜੀ। ਆਪਾਂ ਹੈਗੇ ਸੰਸਾਰੀ ਜੀਵ, ਥੋੜ੍ਹੇ ਸਾਧ ਸੰਗਤ ਜੀ, ਥੋੜ੍ਹਾ ਨਿਤਨੇਮ ਕਰਨ ਵਾਲੇ, ਬਹੁਤਾ ਆਪਾਂ ਭਜਨ ਨਹੀਂ ਕਰ ਸਕਦੇ। ਗ੍ਰਸਤੀ ਦੇ ਕਾਰਜ 100 ਕਰਨੇ ਹੁੰਦੇ ਹੈ। ਇਹ ਹੈ ਵੀ ਜਿੰਨਾ ਕੁ ਮਹਾਰਾਜ ਨੇ ਬਚਨ ਕਿਹਾ ਓਨਾ ਕੁ ਤੇ ਬੰਦਾ ਕਮਾਵੇ ਜੀ, ਓਨਾ ਕੁ ਕਮਾਵੇ ਓਨਾ ਕੁ ਭਲਾ ਹੋਈ ਜਾਏਗਾ ਜੀ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਇਹਦੇ ਤੋਂ ਅੱਗੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਸਤਿਗੁਰ ਸੋ ਉਪਹਾਸ ਕਰੇ ਗਰਭ ਧੜ ਮੂੜ ਮਤ, ਤਤਸ਼ਿਨ ਹੋਏ ਬਿਨਾਸ਼ ਪਰਹਿ ਨਰਕ ਮਰ ਕੈ ਅਗਤ। ਸਾਧ ਸੰਗਤ ਜੀ ਹੁਣ ਕਵੀ ਸੰਤੋਖ ਸਿੰਘ ਜੀ ਦੱਸਦੇ, ਕਹਿੰਦੇ ਗੁਰੂ ਸਾਹਿਬ ਨਾਲ
ਜਿਹੜਾ ਘਮੰਡ ਧਾਰਨ ਕਰਕੇ ਮਖੌਲ ਕਰਦਾ ਉਹ ਮੂਰਖ ਮਰਦਾ ਹੀ ਮਰਦਾ ਕਹਿਣ ਲੱਗੇ। ਨਰਕਾਂ ਵਿੱਚ ਪੈਂਦਾ ਮਰ ਕੇ। ਭਾਵ ਗੁਰੂ ਸਾਹਿਬ ਦਾ ਸਤਿਕਾਰ ਕਰਨਾ, ਕਦੀ ਵੱਡਿਆਂ ਨਾਲ ਮਖੌਲ ਨਹੀਂ ਕਰਨਾ ਚਾਹੀਦਾ ਜੀ। ਵੱਡਿਆਂ ਨਾਲ, ਸੰਤਾਂ ਸਾਧੂਆਂ ਨਾਲ, ਫਿਰ ਗੁਰੂ ਸਾਹਿਬ ਜੀ ਦੇ ਨਾਲ ਕਦੀ ਮਖੌਲ ਨਹੀਂ ਕਰਨਾ ਚਾਹੀਦਾ ਜੀ। ਬੰਦਾ ਹਾਸੀ ਉਡਾ ਬਹਿੰਦਾ, ਟਿਚਕਰ ਕਰ ਬਹਿੰਦਾ, ਪਰ ਬਾਅਦ ਵਿੱਚ ਲੈਣਿਆਂ ਦੀਆਂ ਦੇਣੀਆਂ ਪੈ ਜਾਂਦੀਆਂ ਜੀ। ਹਾਂਜੀ। ਚੌਪਈ ਇੱਕ ਸੇਵਕ ਸੰਗਤ ਕੇ ਮਾਹੇ। ਇੱਕ ਸੇਵਕ ਜਿਹੜਾ ਸੰਗਤ ਦੇ ਵਿੱਚ ਰਹਿੰਦਾ ਹੈ, ਖਡੂਰ ਸਾਹਿਬ। ਹਾਂਜੀ। ਕਹਿਓ ਨਾ ਮਨ ਹੈ ਸੇਵਹਿ ਨਾਹੇ। ਉਹਦਾ ਇਹ ਕੰਮ ਸੀ, ਉਹ ਕਦੀ ਕਿਸੇ ਦਾ ਕਹਿਆ ਨਹੀਂ ਸੀ ਮੰਨਦਾ ਹੁੰਦਾ ਜੀ। ਕੋਈ ਸੇਵਾ ਵੀ ਨਹੀਂ ਸੀ ਕਰਦਾ ਹੁੰਦਾ। ਰਹਿੰਦਾ ਗੁਰੂ ਘਰ ਵਿੱਚ ਸੀਗਾ, ਰਹਿੰਦਾ ਸੰਗਤ ਵਿੱਚ ਸੀ, ਪਰ ਉਹਨੇ ਸੇਵਾ ਨਹੀਂ ਕਰਨੀ ਕੋਈ ਜੀ। ਹਾਂਜੀ। ਕਿਸਕੇ ਕਹੇ ਟਹਿਲ ਨਹਿ ਕਰੇ। ਹਾਂਜੀ। ਚਿਰੰਕਾਰ ਤਿਨ ਅਸਬੁੱਧ ਧਰੇ। ਬਸ ਕੋਈ ਵੀ ਉਹਨੂੰ ਕਵੇ ਸੰਗਤ ਜੀ, ਉਹਨੇ ਸੇਵਾ ਨਹੀਂ ਕਰਨੀ ਜੀ। ਕਈ ਬੰਦਿਆਂ ਦਾ ਸੁਭਾਅ ਹੁੰਦਾ ਜੀ, ਤੁਸੀਂ ਭਾਵੇਂ ਦੇਸ਼ ਦੇ ਗੁਰਦੁਆਰੇ ਜਾਂ ਵਿਦੇਸ਼ ਦੇ ਗੁਰਦੁਆਰੇ ਹੈ, ਉਹ ਰਹਿਣਗੇ ਵੀ ਗੁਰੂ ਘਰ ਵਿੱਚ ਤੇ ਸੇਵਾ ਵੀ ਨਹੀਂ ਕਰਨਗੇ ਜੀ। ਇਹ ਜਿਹੜਾ ਪ੍ਰੇਮੀ ਸੀ ਨਾ ਜੀ, ਪ੍ਰੇਮੀ ਕਾਹਦਾ ਸੀਗਾ ਜੀ ਇਹ? ਹਾਂਜੀ, ਇਹਨੇ ਸੇਵਾ ਨਹੀਂ ਕਰਨੀ ਜੀ, ਭਾਵੇਂ ਕੋਈ ਵੀ ਕਵੇ ਜੀ। ਬੜਾ ਲੰਮਾ ਸਮਾਂ ਇਸ ਤਰ੍ਹਾਂ ਹੋ ਗਿਆ ਸੀ ਇਹਨੂੰ ਰਹਿੰਦਿਆਂ। ਲੰਗਰ ਛਕ ਲੈਣਾ ਤੇ ਸੌਂ ਲੈਣਾ ਜੀ, ਲੰਗਰ ਛਕ ਲੈਣਾ, ਸੌਂ ਜਾਣਾ ਜੀ। ਹਾਂਜੀ। ਜੋ ਗੁਰ ਕਹੈ ਕਾਜ ਸੋ ਕਰਹੁ। ਇਹ ਪਤਾ ਕੀ ਕਹਿੰਦਾ ਹੁੰਦਾ ਸੀਗਾ ਕਿ ਮੈਨੂੰ ਗੁਰੂ ਸਾਹਿਬ ਆਖਣਗੇ ਮੈਂ ਫਿਰ ਕੰਮ ਕਰਾਂਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਬਾਬਾ ਜੀ ਕਹਿਣ ਲੱਗੇ, ਪਿਆਰਿਆ ਛਕ ਛਕਾ ਕੇ ਵਿਹਲਾ ਬੈਠਾ ਰਹਿਣਾ, ਗੁਰੂ ਘਰ ਰਹਿਣਾ, ਸੇਵਾ ਕਰਿਆ ਕਰ, ਕੋਈ ਸੇਵਾ ਕਰਿਆ ਕਰ ਰੱਬ ਗੁਰੂ ਸਾਹਿਬ ਜੀ ਦੇ ਘਰ ਦੀ ਪ੍ਰੇਮ ਨਾਲ। ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗਾ, ਬਾਬਾ ਜੀ ਤੁਹਾਡਾ ਕੰਮ ਕਥਾ ਕੀਰਤਨ ਕਰਨਾ ਹੈਗਾ, ਜਾ ਕੇ ਕਥਾ ਕੀਰਤਨ ਕਰੋ। ਕਹਿਣ ਲੱਗਾ, ਜਦੋਂ ਮੈਨੂੰ ਕੰਮਕਾਰ ਕਰਾਉਣਾ ਹੋਏਗਾ ਗੁਰੂ ਸਾਹਿਬ ਆਪੇ ਹੀ ਕਹਿ ਦੇਣਗੇ। ਮੈਂ ਗੁਰੂ ਸਾਹਿਬ ਦੇ ਆਖਿਆਂ ਕੰਮ ਕਰਨਾ, ਮੈਂ ਕਿਸੇ ਹੋਰ ਦੇ ਆਖਿਆਂ ਨਹੀਂ ਕਰਨਾ ਜੀ। ਇੱਥੋਂ ਤੱਕ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਉਹਨੇ ਕਹਿ ਦਿੱਤਾ ਵੀ ਮੈਂ ਤੁਹਾਡੇ ਆਖਿਆਂ ਵੀ ਕੰਮ ਨਹੀਂ ਕਰਨਾ ਜੀ। ਹਾਂਜੀ। ਆਨ ਬਾਕ ਕੋ ਕਾਨ ਨ ਧਰਹੁ। ਬਸ ਕਹਿਣ ਲੱਗਾ ਮੈਂ ਕਿਸੇ ਹੋਰ ਦੀ ਗੱਲ ਦਾ ਭਰੋਸਾ ਹੀ ਨਹੀਂ ਕਰਦਾ। ਅਸਲ ਵਿੱਚ ਇਹ ਵੇਲੜਾਂ ਦਾ ਸੁਭਾਅ ਹੈਗਾ ਜੀ, ਜਿਹੜੇ ਸੇਵਾ ਨਹੀਂ ਕਰਨਾ ਚਾਹੁੰਦੇ ਜੀ। ਭਾਵੇਂ ਸਾਧ ਸੰਗਤ ਕੋਈ ਗੁਰੂ ਘਰ ਵਿੱਚ ਰਹਿੰਦਾ ਤੇ ਭਾਵੇਂ ਕੋਈ ਆਪਣੇ ਘਰ ਵਿੱਚ ਰਹਿੰਦਾ, ਗੁਰੂ ਘਰ ਵਿੱਚ ਆ ਕੇ ਤੇ ਭਾਵੇਂ ਥੋੜੀ ਬੰਦਾ ਸੇਵਾ ਕਰੇ ਜ਼ਰੂਰ ਜੀ। ਇਹ ਕਿਸੇ ਦੀ ਗੱਲ ਵੀ ਆਪਣੇ ਮਨ 'ਚ ਨਹੀਂ ਸੀ ਲੈ ਕੇ ਆਉਂਦਾ। ਹਾਂਜੀ। ਚਿਰੰਕਾਲ ਬੀਤਿਓ ਤਹਿ ਰਹੇ। ਕਾਫੀ ਲੰਮਾ ਸਮਾਂ ਹੋ ਗਿਆ ਖਡੂਰ ਸਾਹਿਬ ਵਿੱਚ ਰਹਿੰਦੇ ਆ ਇਹਨੂੰ। ਹਾਂਜੀ। ਇੱਕ ਦਿਨ ਸ਼੍ਰੀ ਬੁੱਢੇ ਬਚ ਕਹੇ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਇਹਨੂੰ ਫੇਰ ਆਖਿਆ ਜੀ। ਹਾਂਜੀ। ਗੁਰ ਸੰਗਤ ਮੈਂ ਭਲੋ ਰਹਾਵਨ। ਬਾਬਾ ਜੀ ਕਹਿਣ ਲੱਗੇ, ਭਾਈ ਗੁਰੂ ਦੀ ਸੰਗਤ ਵਿੱਚ ਰਹਿਣਾ ਬੜੀ ਚੰਗੀ ਗੱਲ ਹੈ, ਬੜਾ ਵਧੀਆ ਕੰਮ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਸੰਗਤ ਵਿੱਚ ਰਹਿਣਾ, ਗੁਰੂ ਘਰ ਵਿੱਚ ਰਹਿਣਾ। ਹਾਂਜੀ। ਭਜਨ ਟਹਿਲ ਕਰ ਕਾਲ ਬਿਤਾਵਨ। ਪਰ ਇੱਥੇ ਭਜਨ ਕਰਨਾ ਚਾਹੀਦਾ ਤੇ ਸੇਵਾ ਕਰਨੀ ਚਾਹੀਦੀ। ਲੰਗਰ ਬੰਦਾ ਛਕੀ ਜਾਵੇ ਤੇ ਨਾ ਸੇਵਾ ਕਰੇ ਨਾ ਸਿਮਰਨ ਕਰੇ, ਔਖਾ ਹੋਏਗਾ ਜੀ, ਔਖਾ ਹੋਏਗਾ। ਇਸ ਕਰਕੇ ਜਿਹੜੇ ਸਿਆਣੇ ਸਿੱਖ ਹੈ ਨਾ, ਉਹ ਇਸ ਗੱਲ ਦਾ ਬੜਾ ਧਿਆਨ ਰੱਖਦੇ। ਜੇ ਕਿਤੇ ਲੰਗਰ ਛਕਣ ਗੁਰੂ ਘਰ ਵਿੱਚ ਜਾ ਕੇ, ਹੋਰ ਨਹੀਂ ਤੇ 2 ਬਰਤਨ ਹੀ ਮਾਂਜ ਆਉਂਦੇ ਆ ਵੀ ਸੇਵਾ ਕਰ ਲਈਏ, ਲੰਗਰ ਛਕਿਆ। ਬਾਬਾ ਜੀ ਕਹਿਣ ਲੱਗੇ, ਸੰਗਤ ਵਿੱਚ ਰਹਿਣਾ ਬੜੀ ਚੰਗੀ ਗੱਲ ਹੈ, ਪਰ ਸੰਗਤ ਵਿੱਚ ਰਹਿ ਕੇ ਭਜਨ ਕਰਨਾ ਚਾਹੀਦਾ ਤੇ ਸੇਵਾ ਕਰਨੀ ਚਾਹੀਦੀ। ਹਾਂਜੀ। ਬੈਠੇ ਦੇਹ ਕਾਜ ਕਿਸ ਆਏ। ਤੇ ਗੁਰਮੁਖਾ ਤੂੰ ਵਿਹਲਾ ਬੈਠਾ ਰਹਿਣਾ ਹੈ, ਵਿਹਲੇ ਬੈਠ ਕੇ ਤੇਰਾ ਸਰੀਰ ਕਿਸੇ ਕੰਮ ਨਹੀਂ ਆਉਂਦਾ। ਹਾਂਜੀ। ਛੂਹੈ ਨਾ ਕੋਈ ਮ੍ਰਿਤ ਜਬ ਪਾਏ। ਤੇ ਗੁਰਮੁਖਾ ਜਿਹੜਾ ਸਰੀਰ ਸੇਵਾ ਸਿਮਰਨ ਨਹੀਂ ਕਰਦਾ, ਜਦੋਂ ਉਸ ਸਰੀਰ ਛੱਡ ਜਾਵੇ ਪਿੱਛੋਂ ਛੂੰਹਦਾ ਵੀ ਕੋਈ ਨਹੀਂ ਉਸ ਸਰੀਰ ਨੂੰ ਜੀ, ਕਿਸੇ ਕੰਮ ਨਹੀਂ ਆਉਂਦਾ ਉਹ ਸਰੀਰ।
ਹਾਂਜੀ ਕਹਿਨ ਲੱਗਿਓ ਗੁਰਬਾਕ ਕਹੈ ਜਿਮ ਹਾਂਜੀ ਟਹਿਲ ਕਰੋ ਤਿਸ ਕਾਲ ਭਲੇ ਤਿਮ। ਬਸ ਉਹ ਠੱਗ ਸੀਗਾ ਜੀ। ਹਾਂਜੀ ਉਹ ਆਲਸੀ ਸੀਗਾ, ਕੰਮ ਨਹੀਂ ਸੀ ਕੋਈ ਕਰਨਾ ਚਾਹੁੰਦਾ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗਾ ਜੀ ਜਿਵੇਂ ਮੈਨੂੰ ਗੁਰੂ ਸਾਹਿਬ ਕਹਿਣਗੇ ਨਾ ਮੈਂ ਉਵੇਂ ਹੀ ਕੰਮ ਕਰਾਂਗਾ। ਹਾਂਜੀ ਕਹਿਓ ਅਪਰ ਕੋ ਮਾਨੋ ਨਾਹੀ ਮੈਂ ਨਹੀਂ ਕਿਸੇ ਹੋਰ ਦਾ ਕਿਹਾ ਮੰਨਦਾ, ਕਹਿਣ ਲੱਗਾ ਮੈਂ ਨਹੀਂ ਮੰਨਦਾ। ਹਾਂਜੀ। ਯਹ ਨਿਸ਼ਚੈ ਮੇਰੇ ਮਨ ਮਾਹੀ ਇਹ ਮੇਰੇ ਮਨ ਵਿੱਚ ਨਿਸ਼ਚਾ ਹੈ ਵੀ ਮੈਂ ਗੁਰੂ ਸਾਹਿਬ ਦਾ ਬਚਨ ਮੰਨਣਾ। ਹਾਂਜੀ ਬਾਹਰ ਤਿਸੇ ਬੀਤਾ ਚਿਰਕਾਲ ਬਹੁਤ ਸਮਾਂ ਇਸ ਤਰ੍ਹਾਂ ਲੰਘ ਗਿਆ ਜੀ। ਬਾਬਾ ਜੀ ਨੇ ਕਹਿਣਾ ਬੰਦ ਕਰਤਾ ਜੀ। ਹਾਂਜੀ ਇੱਕ ਦਿਨ ਬੋਲਿਓ ਸ਼੍ਰੀ ਗੁਰੂ ਨਾਲ ਤੇ ਸਾਧ ਸੰਗਤ ਇੱਕ ਦਿਨ ਉਹ ਆਪੇ ਹੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਕੋ ਆ ਕੇ ਨਾ ਗੁਰੂ ਸਾਹਿਬ ਨੂੰ ਕਹਿਣ ਲੱਗਾ। ਹਾਂਜੀ ਬਹੁਤ ਦਿਵਸ ਕੋ ਮੈਂ ਅਬਿਲਾਖੀ ਨਿਜ ਮੁਖ ਤੇ ਕਸ਼ ਸੇਵ ਨਾ ਭਾਖੀ। ਉਹ ਵਿਹਲਾ ਰਹਿੰਦਾ ਸੀ, ਸਿੱਖਾਂ ਨੇ ਕਹਿਣਾ ਤੂੰ ਸੇਵਾ ਨਹੀਂ ਕਰਦਾ, ਤੇ ਇੱਕ ਦਿਨ ਆ ਕੇ ਆਪੇ ਹੀ ਮਹਾਰਾਜ ਨੂੰ ਕਹਿਣ ਲੱਗਾ, ਕਹਿੰਦਾ ਜੀ ਮੈਂ ਬੜੇ ਦਿਨਾਂ ਦਾ ਉਡੀਕ ਰਿਹਾ, ਤੁਸੀਂ ਮੈਨੂੰ ਕੋਈ ਸੇਵਾ ਹੀ ਨਹੀਂ ਕਹਿੰਦੇ। ਗੱਜ ਕੇ ਆਖੋ ਵਾਹਿਗੁਰੂ। ਜਿਸ ਬੰਦੇ ਨੂੰ ਕਹਿ ਕੇ ਸੇਵਾ ਕਰਾਉਣੀ ਪਵੇ ਨਾ ਜੀ, ਠੀਕ ਹੈ ਸੇਵਾ ਤੋਂ ਕਰ ਦੇਗਾ, ਪਰ ਬਹੁਤਾ ਸਿਆਣਾ ਨਹੀਂ ਹੈਗਾ। ਜਿਹਨੇ ਸੇਵਾ ਕਰਨੀ ਉਹਨੂੰ ਕਹਿਣਾ ਨਹੀਂ ਪੈਂਦਾ, ਉਹ ਲੱਗ ਪੈਂਦਾ ਜੀ, ਉਹ ਲੱਗ ਪੈਂਦਾ ਜੀ। ਕਹਿ ਕੇ ਕਰਾਈ ਤੇ ਕੀ ਕਰਾਈ ਜੀ। ਹਾਂਜੀ ਜਿਹਨੂੰ ਸੇਵਾ ਦਾ ਸ਼ੌਂਕ ਹੁੰਦਾ ਨਾ ਜੀ, ਉਹ ਥੋੜਾ ਜਿਹਾ ਕਾਰਜ ਵੇਖਦਾ ਆਪੇ ਹੀ ਸੇਵਾ ਕਰਨ ਲੱਗ ਪੈਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਤੁਸੀਂ ਮੈਨੂੰ ਆਖਿਆ ਹੀ ਨਹੀਂ ਕਦੀ ਸੇਵਾ ਵਾਸਤੇ। ਹਾਂਜੀ ਕਹਿਓ ਕਰਿਓ ਬਾਕ ਤਬ ਬੇਪਰਵਾਹੇ। ਤੇ ਮਹਾਰਾਜ ਗਰੀਬ ਨਵਾਜ ਜੀ ਨੂੰ ਤੇ ਪਤਾ ਹੀ ਵੀ ਇਹ ਫਰਾਡ ਹੀ ਹੈ, ਧੋਖੇਬਾਜ਼ ਹੈ, ਸੇਵਾ ਤੇ ਕਰਨੀ ਨਹੀਂ ਇਹਨੇ। ਤੇ ਫਿਰ ਵੀ ਮਹਾਰਾਜ ਨੇ ਇਹਦਾ ਭਲਾ ਕਰਨਾ ਚਾਹਿਆ। ਮਹਾਰਾਜ ਨੇ ਬਚਨ ਕੀਤਾ ਅਗਨ ਜਰਹੋ ਇਹੋ ਸੇਵਾ ਆਹੇ। ਮਹਾਰਾਜ ਕਹਿਣ ਲੱਗੇ ਅੱਛਾ ਸਮਾਂ ਤੇ ਤੇਰਾ ਪੂਰਾ ਹੋ ਗਿਆ। ਮਹਾਰਾਜ ਕਹਿਣ ਲੱਗੇ ਤੇ ਤੂੰ ਇਸ ਤਰ੍ਹਾਂ ਕਰ, ਅੱਗ ਬਾਲ ਦੇ ਅੱਗ ਵਿੱਚ ਬਹਿ ਜਾ। ਮਹਾਰਾਜ ਕਹਿਣ ਲੱਗੇ ਇਹੋ ਹੀ ਤੇਰੀ ਸੇਵਾ। ਰੱਜ ਕੇ ਆਖੋ ਵਾਹਿਗੁਰੂ। ਹਾਂਜੀ ਸੁਨ ਤਬ ਗਮਨਿਓ ਬਨ ਕੇ ਮਾਹੀ। ਹੁਣ ਕੀ ਕਰੇ ਜੀ, 7 ਵਜਨ ਤੇ ਕਰਨਾ ਹੀ ਪੈਣਾ ਸੀ। ਮਹਾਰਾਜ ਨੇ ਕਿਹਾ, ਸੁਣ ਕੇ ਜੰਗਲ ਵਿੱਚ ਗਿਆ ਜੀ ਉਹ। ਲੱਕੜੀ ਕਰੀ ਬਟੋਰਨ ਤਾਹੀ। ਬੜੀ ਮੁਸ਼ਕਲ ਲੱਕੜਾਂ ਇਕੱਠੀਆਂ ਕੀਤੀਆਂ, ਸੋਚਦਾ ਵੀ ਅੱਗ 'ਚ ਕਿਵੇਂ ਸੜਾਂਗਾ ਮੈਂ। ਹਾਂਜੀ ਅਗਨ ਪ੍ਰਜੁਲਤ ਹੇਰ ਕਰ ਡਰਿਓ। ਚਲੋ ਲੱਕੜਾਂ ਇਕੱਠੀਆਂ ਕੀਤੀਆਂ ਤੇ ਅੱਗ ਵੀ ਬਾਲ ਲਈ ਜੀ। ਹਾਂਜੀ ਹੁਣ ਸੇਵਾ ਸਿਮਰਨ ਕੀਤਾ ਹੁੰਦਾ ਤੇ ਬਲਦੀ ਅੱਗ ਵਿੱਚ ਬਹਿ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਸਿਮਰਨ ਦੀ ਤਾਕਤ ਹੈ, ਪਰ ਨਾ ਸੇਵਾ ਕੀਤੀ ਨਾ ਸਿਮਰਨ ਕੀਤਾ ਤੇ ਬਲਦੀ ਅੱਗ ਵੇਖ ਕੇ ਡਰੇ। ਵੀ ਇਹ ਕੀ ਬਣ ਗਿਆ। ਹਾਂਜੀ ਗੁਰ ਬਚ ਪਰ ਨਹਿ ਟਿਕਬੋ ਕਰਿਓ। ਬਸ ਫਿਰ ਕੀ ਸੀ, ਸਤਿਗੁਰੂ ਜੀ ਦੇ ਬਚਨ ਉੱਤੇ ਟਿਕਿਆ ਨਹੀਂ ਗਿਆ ਜੀ ਉਹਦੇ ਕੋਲੋਂ। ਬਲਦੀ ਅੱਗ 'ਚ ਕਿਵੇਂ ਸੜੇ ਉਹ। ਹਾਂਜੀ ਇੱਕ ਤਸਕਰ ਚੋਰੀ ਕੋ ਮਾਲ। ਇਧਰੋਂ ਅੱਗ ਬਾਲ ਕੇ ਇਹ ਸੋਚ ਰਿਹਾ ਵੀ ਮੈਂ ਕੀ ਕਰਾਂ, ਤੇ ਉਧਰੋਂ ਇੱਕ ਚੋਰ ਚੋਰੀ ਕਰਕੇ ਤੋਰੇ ਕੋ ਸਮਾਨ ਸੀਗਾ, ਮਾਇਆ ਸੀਗੀ। ਹਾਂਜੀ ਲੀਏ ਜਾਤ ਆਇਓ ਤਿਸ ਕਾਲ। ਉਹ ਲੈ ਕੇ ਜਾ ਰਿਹਾ ਸੀ ਤੇ ਉਧਰੋਂ ਲੰਘ ਰਿਹਾ ਸੀਗਾ ਜੀ। ਚੋਰ ਚੋਰੀ ਕਰਕੇ ਲੰਘ ਰਿਹਾ ਸੀ। ਹਾਂਜੀ ਪਿਖ ਅਚਰਜ ਕੋ ਪੁੱਛਨ ਕਰਿਓ। ਚੋਰ ਨੇ ਵੇਖਿਆ ਵੀ ਇੱਕ ਬੰਦਾ ਅੱਗ ਬਾਲ ਕੇ ਲਾਗੇ ਬੈਠਾ ਹੈ। ਉਹਨੇ ਪੁੱਛਿਆ ਇਹਨੂੰ ਹਾਂਜੀ ਇਹ ਕਿਆ ਕਰਤ ਇਹਾਂ ਤੈਂ ਖਰਿਓ। ਕਹਿਣ ਲੱਗਾ ਭਾਈ ਇਹ ਕੀ ਕਰ ਰਿਹਾ ਤੂੰ, ਇੱਥੇ ਖਲੋਤਾ ਹੈ। ਹਾਂਜੀ ਗੁਰ ਕੋ ਬਚ ਮੋ ਕਹੋ ਤਿਨ ਕਹਿਓ। ਕਹਿੰਦਾ ਭਰਾਵਾ ਕੀ ਦੱਸਾਂ, ਮੈਨੂੰ ਗੁਰੂ ਸਾਹਿਬ ਨੇ ਬਚਨ ਕੀਤਾ, ਮੈਂ ਸਾਰਿਆਂ ਨੂੰ ਕਹਿਣਾ ਸਾਂ ਵੀ ਮੈਂ ਉਹ ਕੰਮ ਕਰੂੰ ਜਿਹੜਾ ਗੁਰੂ ਸਾਹਿਬ ਕਹਿਣਗੇ, ਤੇ ਗੁਰੂ ਸਾਹਿਬ ਨੇ ਬਚਨ ਕਰਤਾ ਮੈਨੂੰ ਵੀ ਜਾ ਫਿਰ ਅੱਗ ਬਾਲ ਕੇ ਤੇ ਵਿੱਚ ਬਹਿ ਜਾ। ਅੱਗ ਤੇ ਮੈਂ ਬਾਲ ਲਈ ਹੈ ਪਰ ਵਿੱਚ ਨਹੀਂ ਬੈਠਾ ਜਾ ਰਿਹਾ। ਹਾਂਜੀ ਜਰੋ ਅਗਨ ਅਬ ਜਾਏ ਨਾ ਦਹਿਓ। ਹੁਣ ਮੈਂ ਵਿੱਚ ਪਾ ਕੇ ਸੜਦਾ, ਮੈਂ ਤੇ ਸੜ ਜਾਵਾਂਗਾ। ਹਾਂਜੀ ਤਿਸ ਕੋ ਗਰਭ ਵਿਨਾਸ਼ਨ ਹੇਤ ਹਾਂਜੀ
ਬੋਲਿਓ ਤਸਕਰ ਹੋਏ ਸੁਚੇਤ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕਹਿਣ ਲੱਗਾ ਮੈਂ ਤੇ ਫਸ ਗਿਆ ਮਹਾਰਾਜ ਕੋ ਬਚਨ ਲੈ ਕੇ। ਤੇ ਚੋਰ ਨੂੰ ਪਤਾ ਲੱਗਾ, ਅੱਛਾ ਇਹ ਗੁਰੂ ਅੰਗਦ ਦੇਵ ਮਹਾਰਾਜ ਨੇ ਤੈਨੂੰ ਕਿਹਾ ਵੀ ਅੱਗ ਵਿੱਚ ਬਹਿ ਜਾ। ਕਹਿਣ ਲੱਗਾ ਹਾਂ ਭਰਾਵਾ। ਚੋਰ ਨੇ ਸੋਚਿਆ ਮੈਂ ਮਹਾਰਾਜ ਦਾ ਬਚਨ ਕਮਾ ਲੈਣਾ, ਮੇਰਾ ਭਲਾ ਹੋ ਜਾਏਗਾ। ਕਿਉਂ? ਜੇ ਚੋਰ ਫੜਿਆ ਜਾਂਦਾ ਤਾਂ ਵੀ ਮਰਨਾ ਹੀ ਸੀਗਾ। ਪਰ ਹੁਣ ਮਹਾਰਾਜ ਦਾ ਬਚਨ ਲੈ ਕੇ ਉਹਨੇ ਸੜਨਾ ਸੀਗਾ ਜੀ। ਹਾਂਜੀ। ਮੈਂ ਕਲਮਲ ਕੀਨੇ ਸਮੁਦਾਏ। ਕਹਿਣ ਲੱਗਾ ਕੋਈ ਨਹੀਂ ਭਰਾਵਾ, ਮੈਂ ਬੜੇ ਪਾਪ ਕੀਤੇ ਆਪਣੀ ਜ਼ਿੰਦਗੀ ਵਿੱਚ। ਹਾਂਜੀ। ਇਹਾਂ ਜਰੇ ਤੇ ਸਭ ਮਿਟ ਜਾਏ। ਤੇ ਤੂੰ ਕਹਿ ਦੇ ਵੀ ਗੁਰੂ ਦਾ ਬਚਨ ਤੈਨੂੰ ਦਿੱਤਾ ਤੇ ਸੜ ਮੈਂ ਜਾਣਾ, ਮੇਰੇ ਪਾਪ ਮਿਟ ਜਾਣਗੇ। ਵੇਖ ਲੋ ਚੋਰ ਦੇ ਵੀ ਕਿਸਮਤ ਜਾਗ ਗਈ। ਹਾਂਜੀ। ਮੋਤੇ ਦਰਬ ਸਰਬ ਅਬ ਲੇਵੋ। ਉਹਨੇ ਇਹ ਨਹੀਂ ਦੱਸਿਆ ਵੀ ਮੈਂ ਚੋਰੀ ਕਰਕੇ ਆਇਆ। ਕਹਿਣ ਲੱਗਾ ਇੰਜ ਕਰੋ, ਤੁਸੀਂ ਆ ਮੇਰੇ ਕੋਲੋਂ ਮਾਇਆ ਲੈ ਲਵੋ। ਸ਼੍ਰੀ ਗੁਰਬਾਕ ਮੋਲ ਮੁਝ ਦੇਵੋ। ਤੇ ਗੁਰੂ ਸਾਹਿਬ ਦਾ ਬਚਨ ਮੈਨੂੰ ਮੁੱਲ ਦੇ ਦੇ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਦਿੱਤਾ ਜਾਂਦਾ ਬਚਨ ਇਸ ਤਰੀਕੇ ਨਾਲ ਵੀ ਬਚਨ ਦੇ ਦਿੱਤਾ ਜਾਂਦਾ। ਕਹਿਣ ਲੱਗਾ ਪੈਸੇ ਲੈ ਲਾ ਤੇ ਕਹਿ ਵੀ ਗੁਰੂ ਦਾ ਬਚਨ ਤੈਨੂੰ ਦਿੱਤਾ। ਹਾਂਜੀ। ਸੁਨ ਕੇ ਧਨ ਲੀਨਸ ਲਲਚਾਏ। ਉਹ ਬੜਾ ਸਿਆਣਾ ਸੀਗਾ ਜੀ ਉਹ ਬੰਦਾ। ਕਹਿਣ ਲੱਗਾ ਅੱਛਾ ਅਸਲ ਵਿੱਚ ਨਾ ਮਹਾਰਾਜ ਨੇ ਮੈਨੂੰ ਮਾਇਆ ਦਵਾਉਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਨੇ ਮੈਨੂੰ ਮਾਇਆ ਦਵਾਉਣੀ, ਤਾਂ ਮਹਾਰਾਜ ਨੇ ਆਖਿਆ। ਤੇ ਨਾਲੇ ਲਾਲਚ ਆ ਗਿਆ ਜੀ ਉਹਨੂੰ। ਇੱਕ ਗੱਲ ਚੇਤਾ ਰੱਖਿਓ, ਸੇਵਾ ਨਹੀਂ ਹੈ ਤੇ ਸਿਮਰਨ ਨਹੀਂ ਹੈ ਤੇ ਬੰਦਾ ਕਿਸੇ ਸਮੇਂ ਵੀ ਲਾਲਚ ਵਿੱਚ ਆ ਸਕਦਾ ਜੀ। ਹਾਂਜੀ। ਤਬ ਤਸਕਰ ਤਨ ਦੀਨ ਜਲਾਏ। ਕਹਿਣ ਲੱਗਾ ਲਿਆ ਮਾਇਆ। ਉਹਨੇ ਮਾਇਆ ਦਿੱਤੀ। ਕਹਿਣ ਲੱਗਾ ਗੁਰੂ ਦਾ ਬਚਨ ਤੈਨੂੰ ਦਿੱਤਾ। ਉਹਨੇ ਤੇ ਹੱਥ ਜੋੜੇ ਜੀ, ਹੱਥ ਤੇ ਮਾਰੀ ਛਾਲ ਅੱਗ ਵਿੱਚ ਤੇ ਜਿਉਂਦਾ ਸੜ ਗਿਆ ਜੀ ਉਹ ਚੋਰ ਦੀ। ਕਿਉਂ? ਉਹਨੂੰ ਪਤਾ ਪਿੱਛੇ ਫੌਜਾਂ ਲੱਗੀਆਂ, ਮਰਨਾ ਤੇ ਮੈਂ ਤਾਂ ਵੀ ਹੈਗਾ। ਹਾਂਜੀ। ਸੁਰਪੁਰ ਤੇ ਬਿਬਾਨ ਚਲ ਆਵਾ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਚੋਰ ਨੇ ਕਮਾ ਲਿਆ ਮਹਾਰਾਜ ਦਾ ਬਚਨ। ਹਾਂਜੀ। ਤੇ ਫਿਰ ਬਿਬਾਨ ਆਇਆ ਜੀ ਉਹਨੂੰ ਲੈਣ ਵਾਸਤੇ, ਉਹਦੀ ਰੂਹ ਨੂੰ। ਹਾਂਜੀ। ਸਾਦਰ ਕਹਿ ਕੇ ਤੁਰੰਤ ਚੜਾਵਾ। ਉਹਦੀ ਆਤਮਾ ਨੂੰ ਬੜੇ ਸਤਿਕਾਰ ਨਾਲ ਆਖਿਆ ਵੀ ਆਓ ਵਿੱਚ ਬੈਠੋ। ਕਿਉਂ? ਮਹਾਰਾਜ ਦੇ ਬਚਨ ਨਾਲ ਜੂ ਹੋਇਆ ਜੀ ਉਹ। ਤੇ ਉਹਨੂੰ ਵਿੱਚ ਬਿਠਾ ਲਿਆ ਜੀ। ਹਾਂਜੀ। ਸੁਖ ਅਨੰਤ ਮੈਂ ਜਾਏ ਰਹਿਓ ਹੈ। ਤੇ ਉਹ ਤੇ ਅਨੰਤ ਸੁਖ ਮਾਣਨ ਲੱਗ ਪਿਆ ਜੀ ਚੋਰ। ਹੁਣ ਕਾਹਦਾ ਚੋਰ ਰਿਹਾ ਜੀ? ਉਹਨੇ ਬਚਨ ਕਮਾ ਲਿਆ ਮਹਾਰਾਜ ਦਾ। ਹਾਂਜੀ। ਗੁਰ ਬਚਤੇ ਅਗ ਦੇਹ ਦਹਿਓ ਹੈ। ਕਿਉਂਕਿ ਉਹਨੇ ਗੁਰੂ ਸਾਹਿਬ ਦਾ ਬਚਨ ਕਮਾ ਲਿਆ, ਉਹਦੇ ਸਾਰੇ ਹੀ ਪਾਪ ਮਿਟ ਗਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੇਖ ਲੋ ਗੁਰੂ ਸਾਹਿਬ ਦੇ ਬਚਨ ਦਾ ਪ੍ਰਤਾਪ। ਉਹ ਤੁਸੀਂ ਸਾਖੀ ਸੁਣੀ ਹੈ ਨਾ, ਅਮੀਰ ਸ਼ਾਹੂਕਾਰ ਦਾ ਪੁੱਤ 100 ਰੁਪਈਆ ਲੈ ਕੇ 10ਵੇਂ ਪਾਤਸ਼ਾਹ ਦੇ ਕੋਲ ਆਇਆ ਜੀ। ਹਾਂਜੀ। ਤੇ 10ਵੇਂ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਤੇ ਕੜਾ ਦੇ ਦਿੱਤਾ ਆਪਣਾ ਪ੍ਰਸ਼ਾਦ ਵਜੋਂ। ਉਹ ਲੈ ਕੇ ਤੁਰ ਪਿਆ ਤੇ ਬੜਾ ਉਦਾਸ। ਰਸਤੇ 'ਚ ਇੱਕ ਸਿੱਖ ਦੇ ਘਰ ਰਿਹਾ ਤੇ ਉਹ ਸਿੱਖ ਨੂੰ ਨੇ ਵੇਖਿਆ ਵੀ ਸਿੱਖ ਕਲਗੀਧਰ ਜੀ ਦੇ ਦਰਸ਼ਨ ਕਰਕੇ ਆਇਆ ਤੇ ਹੈ ਬੜਾ ਉਦਾਸ ਹੈ। ਪੁੱਛਿਆ ਗੁਰਮੁਖਾ ਕੀ ਗੱਲ ਹੈ? ਕਹਿਣ ਲੱਗਾ ਭਰਾਵਾ ਕੀ ਦੱਸਾਂ, 100 ਰੁਪਈਆ ਚੜਾਇਆ ਉਸ ਸਮੇਂ ਦਾ। 100 ਰੁਪਈਆ ਚੜਾਇਆ ਤਾਂ ਲੋਹੇ ਦਾ ਕੜਾ ਫੜਾ ਦਿੱਤਾ ਗੁਰੂ ਸਾਹਿਬ ਨੇ ਆਪਣਾ। ਸਿੱਖ ਕਹਿਣ ਲੱਗਾ ਗੁਰੂ ਸਾਹਿਬ ਦਾ? ਕਹਿਣ ਲੱਗਾ ਹਾਂ। ਕਹਿਣ ਲੱਗੇ ਤੇ ਬੜਾ ਕੀਮਤੀ ਹੈ। ਕਹਿੰਦਾ ਕਾਹਦਾ ਕੀਮਤੀ ਹੈ? ਤੇ ਉਹ ਸਿੱਖ ਅੱਗੋਂ ਕਹਿਣ ਲੱਗਾ ਤੂੰ ਮੇਰੇ ਕੋਲੋਂ 100 ਦਾ 200 ਲੈ ਲਾ ਤੇ ਗੁਰੂ ਸਾਹਿਬ ਦਾ ਕੜਾ ਤੇ ਬਖਸ਼ਿਸ਼ਾਂ ਮੈਨੂੰ ਦੇ ਦੇ। ਸੰਗਤ ਜੀ, 200 ਰੁਪਏ ਵਿੱਚ ਉਹਨੇ 10ਵੇਂ ਪਾਤਸ਼ਾਹ ਦਾ ਕੜਾ ਵੇਚ ਦਿੱਤਾ ਤੇ ਬਖਸ਼ਿਸ਼ਾਂ ਵੇਚ ਦਿੱਤੀਆਂ ਜੀ। ਮਤਲਬ ਗੱਲ ਭਾਗਾਂ ਦੀ ਹੈ ਜੀ। ਇਹਨੇ ਬਚਨ ਵੇਚਤਾ ਤੇ ਅਗਲਾ ਜਿਹਨੇ ਬਚਨ ਕਮਾਇਆ ਉਹ ਸੁੱਖ ਮਾਣੇ। ਹਾਂਜੀ।
ਲੋਭ ਧਾਰ ਸਿੱਖ ਗਮਨਿਓ ਘਰ ਕੋ। ਇਹ ਹੁਣ ਮਾਇਆ ਦੀ ਥੈਲੀ ਲੈ ਕੇ ਤੇ ਘਰ ਜਾ ਰਿਹਾ ਸੀ ਉਹ ਵਿਹਲੜ। ਹਾਂਜੀ, ਗਹਿਓ ਨਰਨ ਤਿਸ ਲਖ ਤਸਕਰ ਕੋ। ਉਹ ਲੋਕਾਂ ਸਮਝ ਲਿਆ ਪਿੱਛੋਂ ਜਿਹੜੇ ਸੈਨਿਕ ਆਏ ਵੀ ਇਹ ਚੋਰ ਹੈ, ਇਹਦੇ ਕੋਲ ਰਾਜੇ ਦੀ ਮਾਇਆ ਹੈ ਸਾਰੀ। ਹਾਂਜੀ, ਕੋਟਵਾਰ ਕੇ ਧਰਿਓ ਅਗਾਰੀ। ਸਿਪਾਹੀਆਂ ਨੇ ਉਹਨੂੰ ਫੜ ਲਿਆ, ਜਾ ਕੇ ਕੋਤਵਾਲ ਦੇ ਅੱਗੇ ਪੇਸ਼ ਕੀਤਾ। ਤਿੰਨ ਦੇਖਤ ਹੀ ਗਿਰਾ ਉਚਾਰੀ। ਤੇ ਉਹਨੇ ਵੇਖਦਿਆਂ ਸਾਰੇ ਹੁਕਮ ਕਰ ਦਿੱਤਾ ਕੋਤਵਾਲ ਨੇ। ਹਾਂਜੀ, ਸ਼ੀਨ ਲਿਹੋ ਤਿਸ ਕੋ ਸਭ ਮਾਲ। ਕਹਿਣ ਲੱਗਾ ਪਹਿਲਾਂ ਤੇ ਮਾਇਆ ਖੋਵੋ ਇਹਦੀ ਸਾਰੀ, ਸਾਰਾ ਜਿੰਨਾ ਧਨ ਚੋਰੀ ਕੀਤਾ ਚੁੱਕੋ, ਫੜੋ ਸਾਰਾ ਇਹਦੇ ਕੋਲੋਂ। ਹਾਂਜੀ, ਫਾਂਸੀ ਦੇਹੋ ਜਾਏ ਤਤਕਾਲ। ਤੇ ਫਿਰ ਹੁਣ ਇਹਨੂੰ ਫਾਂਸੀ ਦੇ ਦਿਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਫਾਂਸੀ ਦੇਹੋ ਜਾਏ ਤਤਕਾਲ। ਵੇਖ ਲਓ ਮਰਨਾ ਤੇ ਹੈਗਾ ਹੀ ਸੀਗਾ। ਗੁਰੂ ਸਾਹਿਬ ਨੇ ਤੇ ਭਲਾ ਕੀਤਾ ਸੀ ਇਹਦਾ ਜੀ, ਵੀ ਚਲੋ ਸੰਗਤ ਵਿੱਚ ਰਿਹਾ। ਹਾਂਜੀ, ਹੁਕਮ ਮਾਨ ਫਾਂਸੀ ਤਿਸ ਦੀਨਾ। ਇਹ ਬਥੇਰਾ ਰੌਲਾ ਪਾਵੇ ਮੈਨੂੰ ਤੇ ਫਲਾਣਾ ਬੰਦਾ ਫੜਾ ਗਿਆ। ਉਹ ਕਹਿੰਦੇ ਚੋਰ ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਆ। ਤੇ ਉਹਨਾਂ ਨੇ ਫਿਰ ਫਾਂਸੀ ਤੇ ਲਾ ਦਿੱਤਾ। ਮੂਰਖ ਮਰਿਓ ਧਰਮ ਤੇ ਹੀਨਾ। ਤੇ ਮੂਰਖ ਧਰਮ ਤੋਂ ਹੀਣਾ ਹੋ ਕੇ ਮਰਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਧਰਮ ਤੋਂ ਹੀਣਾ ਹੋ ਕੇ ਮਰਿਆ ਜੀ। ਜੇ ਸੜ ਕੇ ਮਰਦਾ ਤੇ ਧਰਮੀ ਰਹਿ ਕੇ ਮਰਨਾ ਸੀਗਾ ਜੀ। ਇਹਦਾ ਭਾਵ ਗੁਰੂ ਦਾ ਬਚਨ ਭਾਵੇਂ ਸਖਤ ਹੋਵੇ ਤੇ ਭਾਵੇਂ ਜੈਸਾ ਵੀ ਹੋਵੇ ਬੰਦਾ ਮੰਨ ਲਵੇ ਭਲਾ ਹੀ ਭਲਾ ਜੀ। ਹਾਂਜੀ, ਗੁਰੂ ਬਚਨ ਪਰ ਜਿਹ ਪ੍ਰਤੀਤ ਤਿਸੈ ਮਿਲਹਿ ਉੱਚੋ ਪਦ ਨੀਤ। ਗੱਜ ਕੇ ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਜਿਹਦਾ ਵੀ ਭਰੋਸਾ ਗੁਰੂ ਸਾਹਿਬ ਦੇ ਬਚਨ ਉੱਤੇ ਹੁੰਦਾ ਜੀ, ਹਾਂ ਉਹਨੂੰ ਉੱਚੀ ਪਦਵੀ ਮਿਲਦੀ ਹੈ, ਉਹਦਾ ਭਲਾ ਹੋ ਜਾਂਦਾ ਜੀ। ਹਾਂਜੀ, ਤਜਹਿ ਬਾਕ ਧਰ ਲੋਭ ਵਿਸਾਲਾ। ਤੇ ਜਿਹੜਾ ਲੋਭ ਧਾਰਨ ਕਰਕੇ ਤੇ ਸਤਿਗੁਰੂ ਜੀ ਦਾ ਬਚਨ ਛੱਡ ਦਵੇ, ਨਾ ਕਮਾਵੇ, ਪਾਵਹਿ ਨਰਕ ਤੁਰੰਤ ਹੋਏ ਕਾਲਾ। ਤੁਰੰਤ ਮੌਤ ਹੁੰਦੀ ਤੇ ਨਰਕਾਂ ਵਿੱਚ ਜਾਂਦਾ ਬੰਦਾ ਜੀ। ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਐਸੇ ਹਨ ਸਤਿਗੁਰੂ ਜੀ ਦੇ ਬਚਨ। ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ। ਨਿਰਗੁਣ ਨਿਸਤਾਰੇ, ਨਿਰਗੁਣ ਨਿਸਤਾਰੇ, ਨਿਰਗੁਣ ਨਿਸਤਾਰੇ, ਨਿਰਗੁਣ ਨਿਸਤਾਰੇ, ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ। ਵਾਹਿਗੁਰੂ ਸਤਿਗੁਰ ਬਚਨ ਤੁਮਾਰੇ। ਬੰਦਾ ਇਹ ਨਾ ਸੋਚੇ ਵੀ ਗੁਰੂ ਸਾਹਿਬ ਦਾ ਬਚਨ ਮੇਰੇ ਲਈ ਨੁਕਸਾਨਦਾਈ ਹੈ। ਨਹੀਂ, ਮਹਾਰਾਜ ਦੇ ਬਚਨ ਨੇ ਭਲਾ ਕਰਨਾ। ਹਾਂਜੀ, ਦੋਹਰਾ ਗੁਰੂ ਸੰਤ ਤੇ ਲਾਭ ਤੇ ਗੁਰਮੁਖ ਦ੍ਰਿੜ ਮਤ ਜੋਏ। ਕਹਿਣ ਲੱਗੇ ਸੰਤਾਂ ਕੋਲੋਂ, ਗੁਰੂਆਂ ਕੋਲੋਂ ਉਹ ਮਨੁੱਖ ਲਾਭ ਪ੍ਰਾਪਤ ਕਰਦੇ ਜਿਨ੍ਹਾਂ ਦੀ ਮਤ ਪੱਕੀ ਹੁੰਦੀ ਹੈ ਜੀ, ਜਿਨ੍ਹਾਂ ਦੀ ਮਤ ਦ੍ਰਿੜ ਹੁੰਦੀ ਹੈ ਜੀ। ਹਾਂਜੀ, ਮਨਮੁਖ ਚੰਚਲ ਸਿੱਖ ਕੋ ਸਿੱਖੀ ਉਲਟੀ ਹੋਏ। ਉਹ ਲਾਭ ਲੈਂਦੇ ਆ, ਪਰ ਜਿਹੜੇ ਮਨਮੁਖ ਹੈ, ਜਿਨ੍ਹਾਂ ਦਾ ਮਨ ਚੰਚਲ ਹੈ ਜੀ। ਕਹੇ ਗੁਰਮੁਖ ਨੇ ਕਿਹਾ ਵੀ ਭਾਈ 5 ਪਿਆਰਿਆਂ ਦਾ ਹੁਕਮ ਹੈ, 5 ਬਾਣੀਆਂ ਦਾ ਨਿਤਨੇਮ ਕਰੋ, ਭਜਨ ਕਰੋ, ਸਿਮਰਨ ਕਰੋ, ਪਰ ਮਨਮੁਖ ਦੀ ਮਤ ਚੰਚਲ ਹੈ, ਉਹਨੇ ਕੀਤਾ ਹੀ ਨਾ ਜੀ। ਹਾਂਜੀ, ਤੇ ਸਾਧ ਸੰਗਤ ਜੀ ਉਸ ਸਿੱਖ ਨੂੰ ਸਿੱਖੀ ਉਲਟੀ ਪੈ ਜਾਂਦੀ ਜੀ, ਸਿੱਖੀ ਉਲਟੀ ਪੈ ਜਾਂਦੀ। ਇਸ ਕਰਕੇ ਮਤ ਦ੍ਰਿੜ ਰੱਖਣੀ। ਜਿਸ ਕੰਮ ਤੋਂ ਗੁਰੂ ਸਾਹਿਬ ਨੇ ਵਰਜਿਆ ਉਸ ਕੰਮ ਤੋਂ ਵਰਜੇ ਰਹਿਣਾ ਚਾਹੀਦਾ ਜੀ।
ਤੇ ਜਿਹੜਾ ਕੰਮ ਮਹਾਰਾਜ ਨੇ ਕਰਨ ਨੂੰ ਕਿਹਾ ਉਸ ਕੰਮ ਨੂੰ ਕਰਕੇ ਹੀ ਸਾਹ ਲੈਣਾ ਚਾਹੀਦਾ ਜੀ। ਹਾਂਜੀ। ਮਹਿਮਾ ਸਤਿਗੁਰ ਬਚਨ ਕੀ, ਦੇਖੋ ਪੁੰਨ ਪਰਮਾਨ। ਕਹਿਣ ਲੱਗੇ ਤੁਸੀਂ ਹੁਣ ਸੁਣਿਆ ਹੀ ਹੈ ਮਹਾਰਾਜ ਦੇ ਬਚਨ ਦੀ ਮਹਿਮਾ, ਸਤਿਗੁਰੂ ਜੀ ਦੇ ਬਚਨਾਂ ਦੀ ਮਹਿਮਾ ਪ੍ਰਤੱਖ ਤੌਰ ਤੇ ਤੁਸੀਂ ਸੁਣੀ ਹੈ। ਜਿੰਨੇ ਬਚਨ ਕਮਾ ਲਿਆ ਉਹਦਾ ਭਲਾ ਹੋ ਗਿਆ ਜੀ, ਪੁੰਨ ਵੱਧ ਗਏ ਉਹਦੇ ਜੀ। ਉਹ ਫਿਰ ਭਾਵੇਂ ਚੋਰ ਹੀ ਸੀਗਾ ਜੀ। ਹਾਂਜੀ। ਬੇਮੁਖ ਭਇਓ ਸਿੱਖ ਫਾਂਸ ਤਿਸ, ਤਸਕਰ ਸਵਰਗ ਮਹਾਨ। ਉਹ ਸਿੱਖ ਬੇਮੁਖ ਹੋ ਕੇ ਚੋਰ ਵਾਲੀ ਮੌਤ ਮਰਿਆ ਜੀ। ਤੇ ਚੋਰ ਗੁਰੂ ਸਾਹਿਬ ਦਾ ਬਚਨ ਮੰਨ ਕੇ ਸਵਰਗਾਂ ਨੂੰ ਗਿਆ ਜੀ। ਫਿਰ ਜੀ ਗੱਲ ਤੇ ਗੁਰੂ ਜੀ ਦੇ ਬਚਨ ਦੀ ਹੈ। ਸਤਿਗੁਰ ਬਚਨ ਤੁਮਾਰੇ ਜਪੋ, ਸਤਿਗੁਰ ਬਚਨ ਤੁਮਹਾਰੇ। ਨਿਰਗੁਣ ਨਿਸਤਾਰੇ, ਨਿਰਗੁਣ ਨਿਸਚਨ ਤੁਮਾਰੇ। ਹਾਂਜੀ। ਨਿਸ਼ਾਨੀ ਛੰਦ, ਸੰਗ ਬਾਲਕਨ ਖੇਲਹੀ, ਨਿਤ ਗੁਰੂ ਕਿਰਪਾਲਾ। ਉਧਰ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸਦਾ ਬਾਲਕਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਗੁਰਮੁਖੀ ਦੀ ਵਿੱਦਿਆ ਦਿੰਦੇ ਆ, ਪੜ੍ਹਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ। ਹਰਖ ਸ਼ੋਗ ਨੈ ਜਿਸ ਹੈ ਕਿ ਇੱਕ ਰਸ ਸਭ ਕਾਲਾ। ਜਿਨ੍ਹਾਂ ਦੇ ਮਨ ਵਿੱਚ ਕੋਈ ਹਰਖ ਸ਼ੋਗ ਨਹੀਂ ਹੈਗਾ ਜੀ, ਨਾ ਖੁਸ਼ੀ ਦਾ ਹੀ ਅਸਰ ਤੇ ਨਾ ਗਮੀ ਦਾ ਹੀ ਅਸਰ ਜੀ। ਇੱਕ ਰਸ ਰਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਸਦਾ ਵਾਹਿਗੁਰੂ ਜੀ ਦੇ ਵਿੱਚ ਲੀਨ ਲੈਂਦੇ ਆ। ਹਾਂਜੀ। ਦੀਨ ਬੰਦ ਤਾਰਨ ਤਰਨ, ਸਿੱਖੀ ਬਿਦਤਾਏ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਿੱਖਾਂ ਨੂੰ ਧਾਰ ਰਹੇ ਹਨ, ਸਿੱਖੀ ਦਾ ਫਲਾਹ ਕਰ ਰਹੇ ਹਨ। ਦਿਨੋਂ ਦਿਨ ਸਿੱਖੀ ਵਿੱਚ ਵਾਧਾ ਕੀਤਾ ਮਹਾਰਾਜ ਨੇ। ਹਾਂਜੀ। ਜਗੇ ਭਾਗ ਜਿਨ ਨਰਨ ਕੇ, ਚਰਨੀ ਲਪਟਾਏ। ਇਸ ਸਮੇਂ ਦੌਰਾਨ ਜਿਨ੍ਹਾਂ ਦੇ ਭਾਗ ਜਾਗ ਗਏ ਨਾ ਜੀ, ਉਹ ਮਹਾਰਾਜ ਦੇ ਚਰਨਾਂ ਵਿੱਚ ਆ ਗਏ ਜੀ। ਜਿਨ੍ਹਾਂ ਦੇ ਭਾਗ ਜਾਗ ਗਏ ਜੀ। ਹਾਂਜੀ। ਕਰੋ ਨਿਰੂਪਨ ਅਬ ਕਥਾ, ਭੱਲਿਅਨ ਕੁਲ ਟੀਕਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿੱਥੇ ਤੁਸੀਂ ਗੁਰੂ ਅੰਗਦ ਸਾਹਿਬ ਜੀ ਦੀ ਕਥਾ ਸੁਣ ਰਹੇ ਹੋ, ਨਾਲ ਨਾਲ ਮੈਂ ਭੱਲਿਆਂ ਦੀ ਗੋਤ ਦੇ ਸਰਤਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਵੀ ਤੁਹਾਨੂੰ ਦੱਸਾਂਗਾ ਹੁਣ। ਹਾਂਜੀ। ਆਏ ਮਿਲੇ ਜਿਸ ਰੀਤ ਸੋ, ਸੇਵਨ ਕੀਏ ਨੀਕਾ। ਵੀ ਕਿਵੇਂ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆ ਕੇ ਸੇਵਾ ਕੀਤੀ ਜੀ। ਹਾਂਜੀ। ਇੱਕ ਬਾਸੁਰ ਕੇ ਗ੍ਰਾਮ ਹੈ, ਤਹ ਬਸ ਹੈ ਨਿਕੇਤਨ। ਅੰਮ੍ਰਿਤਸਰ ਦੇ ਲਾਗੇ, ਹੁਣ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਹੈ, ਬਾਸਰ ਕੇ ਨਗਰ ਹੈ ਬਾਸਰ ਕੇ ਜੀ। ਉਸ ਬਾਸਰ ਕੇ ਦੇ ਇੱਕ ਘਰ ਵਿੱਚ ਤੇਜੋ ਛਤਰੀ ਭਾਗ ਵੱਡ, ਨਿਸ ਦਿਨ ਪ੍ਰਭ ਚੇਤਨ। ਛਤਰੀ ਰਹਿੰਦੇ ਆ ਜਿਨ੍ਹਾਂ ਦਾ ਨਾਮ ਹੈ ਬਾਬਾ ਤੇਜਭਾਨ ਜੀ, ਤੇ ਦਿਨ ਰਾਤ ਵਾਹਿਗੁਰੂ ਨੂੰ ਚੇਤੇ ਕਰਨ ਵਾਲੇ ਬਾਬਾ ਤੇਜਭਾਨ ਜੀ। ਹਾਂਜੀ। ਭਲੇ ਕਰਮ ਮਹਿ ਪ੍ਰੀਤ ਔਰ ਭੱਲਿਅਨ ਕੁਲ ਮਾਹੀ। ਹੋਰ ਵੀ ਜਿੰਨੇ ਭੱਲੇ ਆ ਨਾ, ਭੱਲਿਆਂ ਦੀ ਕੁੱਲ ਹੈ, ਉਹ ਭਲੇ ਕੰਮ ਕਰਦੇ ਜੀ। ਚੰਗੇ ਕੰਮ ਕਰਨ ਵਿੱਚ ਉਹਨਾਂ ਦਾ ਧਿਆਨ ਹੈ। ਖਾਨਦਾਨਾਂ ਦੀ ਆਪਣੀ ਆਪਣੀ ਸਾਧ ਸੰਗਤ ਦੀ ਰੀਤ ਹੁੰਦੀ ਹੈ। ਕਈਆਂ ਦਾ ਕੰਮ ਹੀ ਬੁਰੇ ਕੰਮਾਂ ਵਿੱਚ ਧਿਆਨ ਹੁੰਦਾ ਜੀ, ਤੇ ਕਈ ਬੜੇ ਬੜੇ ਭਲੇ ਕੰਮ ਕਰਦੇ ਜੀ। ਭੱਲਿਆਂ ਦੀ ਕੁੱਲ ਦੇ ਮਨੁੱਖ ਬੜੇ ਭਲੇ ਕੰਮ ਕਰਦੇ ਜੀ। ਹਾਂਜੀ। ਧੀਰਜ ਧਰਮ ਵਿਸਾਲ ਜਿਹੇ ਅਵਗੁਣ ਚਿਤ ਨਾਹੀ। ਬੜੇ ਧੀਰਜ ਵਾਲੇ ਆ, ਧਾਰਮਿਕ ਪੁਰਸ਼ ਨੇ, ਤੇ ਔਗੁਣ ਨਹੀਂ ਹੈਗੇ ਇਹਨਾਂ ਵਿੱਚ ਜੀ, ਗੁਣ ਬਹੁਤੇ ਹੈਗੇ ਆ ਜੀ। ਹਾਂਜੀ। ਤਿੰਨ ਕੇ ਸੁੱਤ ਉਤਪੁੱਤ ਪਏ, ਸ੍ਰੀ ਅਮਰ ਬਡੇਰੇ। ਤਿੰਨ ਕੇ ਸੁੱਤ ਉਤਪਤ ਪਏ, ਉਹਨਾਂ ਦੇ ਘਰ ਵਿੱਚ। ਕਿਹਨਾਂ ਦੇ ਘਰ 'ਚ? ਬਾਬਾ ਤੇਜਭਾਨ ਜੀ ਦੇ ਘਰ 'ਚ। ਬਾਬਾ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਅਮਰਦਾਸ ਰੱਖਿਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਸ ਪੁੱਤਰ ਦਾ ਨਾਮ ਰੱਖਿਆ ਜੀ। ਵੱਡੇ ਪੁੱਤਰ ਨੇ, ਵੱਡੇ ਨੇ ਜੀ ਸਭ ਤੋਂ ਘਰ ਵਿੱਚ। ਹਾਂਜੀ। ਅਪਰ ਭਏ ਪੁਨ ਤੀਨ ਸੁੱਤ, ਹਰਖਤ ਭਾਹੇਰੇ। ਤੇ ਹੋਰ ਵੀ 3 ਪੁੱਤਰ ਬਾਬਾ ਤੇਜਭਾਨ ਜੀ ਦੇ ਘਰ ਵਿੱਚ ਹੋਏ ਜੀ। ਗੁਰੂ ਅਮਰਦਾਸ ਸਾਹਿਬ ਜੀ 4 ਭਰਾ ਸਨ ਜੀ ਸੱਚੇ ਪਾਤਸ਼ਾਹ। ਹੋਰ ਵੀ 3 ਪੁੱਤਰ ਪੈਦਾ ਹੋਏ ਜੀ।
ਹਾਂਜੀ। ਖੇਤੀ ਕ੍ਰਿਤ ਕੋ ਸੁਤ ਕਰਹਿ ਤੇਜੋ ਸੁਖ ਪਾਵੈ। ਤੇ ਸਾਧ ਸੰਗਤ ਸਾਰੇ ਪੁੱਤਰ ਖੇਤੀ ਕਰਦੇ ਆ। ਬਾਬਾ ਜੀ ਭਾਵ ਅਜੇ ਮਹਾਰਾਜ ਗੁਰਤਾ ਗੱਦੇ ਵਾਹਿਗੁਰੂ ਗੁਰੂ ਘਰ ਚ ਨਹੀਂ ਆਏ, ਪਹਿਲਾ ਜੀਵਨ ਗੁਰੂ ਅਮਰਦਾਸ ਜੀ ਦਾ। ਖੇਤੀ ਕਰਦੇ ਆ, ਨਾਲ 3 ਭਰਾ ਜਿਹੜੇ ਉਹ ਵੀ ਖੇਤੀ ਕਰਦੇ ਆ। ਹਾਂਜੀ। ਬੈਠ ਰਹਿ ਸਿਮਰਨ ਪ੍ਰਭੂ ਭਗਤੀ ਚਿਤ ਲਾਵੈ। ਤੇ ਘਰ ਵਿੱਚ ਜਿਹੋ ਜਿਹਾ ਸੁਭਾਅ ਸੀਗਾ ਜੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਗੰਗਾ ਜੀ ਦੇ ਇਸ਼ਨਾਨ ਕਰਨ ਜਾਂਦੇ ਸਨ ਜੀ। ਜਿਵੇਂ ਘਰਦਿਆਂ ਦੀ ਮਰਜ਼ਾਦਾ ਸੀਗੀ ਰੱਬ ਦਾ ਨਾਮ ਜਪਣ ਦੀ, ਉਵੇਂ ਨਾਮ ਵੀ ਜਪਦੇ ਸਨ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਵਿਆਹ ਕਰੇ ਸਭ ਸੁਤਨ ਕੇ ਪਿਖ ਸਹਿਤ ਸਨੂਖਾ। ਬਾਬਾ ਤੇਜਭਾਨ ਜੀ ਹੋਣਾ ਆਪਣੇ 4 ਪੁੱਤਰਾਂ ਦਾ ਵਿਆਹ ਕੀਤਾ ਜੀ। 9 ਆਈਆਂ ਘਰ ਵਿੱਚ। ਹਾਂਜੀ। ਔਰ ਮੈਂ ਅਧਿਕ ਪ੍ਰਮੋਦ ਹੀ ਬੜ ਭਾਗ ਅਦੁਖਾ। ਬਾਬਾ ਤੇਜਭਾਨ ਜੀ ਬੜੇ ਸੁਖੀ ਰਹੇ ਜੀ। ਵੇਖੋ ਕੋਈ ਛੋਟੀ ਗੱਲ ਨਹੀਂ ਹੈਗੀ। ਇਹਨਾਂ ਦੇ ਪੁੱਤਰ ਗੁਰਤਾ ਗੱਦੀ ਦੇ ਮਾਲਕ ਬਣੇ ਜੀ ਬਾਬਾ ਤੇਜਭਾਨ ਜੀ ਦੇ। ਤੇ ਗੁਰੂ ਕੀ ਬਾਣੀ ਦਾ ਬਚਨ ਸੁਣ ਲਓ। ਮਹਾਰਾਜ ਕਹਿੰਦੇ ਬਾਣੀ ਵਿੱਚ, ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਹਰ ਨਾਮ ਦਿਆ ਗੁਰ ਪਰਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਬਾਬਾ ਜੀ ਬਾਬਾ ਤੇਜਭਾਨ ਜੀ, ਕਹੋ ਸਾਰੇ ਪ੍ਰੇਮ ਨਾਲ, ਧੰਨ ਧੰਨ ਬਾਬਾ ਤੇਜਭਾਨ ਜੀ। ਧੰਨ ਧੰਨ ਬਾਬਾ ਤੇਜਭਾਨ ਜੀ। ਬਾਬਾ ਜੀ ਬੜੇ ਖੁਸ਼ ਹਨ, ਬੜੇ ਪ੍ਰਸੰਨ ਚਿਤ ਹਨ। ਹਾਂਜੀ। ਆਪੋ ਆਪਣੇ ਕਾਜ ਮੈਂ 4 ਸੁਤ ਲਾਏ। ਵਿਆਹ ਹੋ ਗਏ, 4 ਪੁੱਤ ਭਾਵ ਗੁਰੂ ਅਮਰਦਾਸ ਜੀ ਤੋਂ ਉਹਨਾਂ ਦੇ ਭਰਾ 3, ਸਾਰੇ ਆਪੋ ਆਪਣੇ ਕੰਮ ਵਿੱਚ ਲੱਗ ਗਏ ਜੀ। ਹਾਂਜੀ। ਬੀਤ ਗਇਓ ਚਿਰਕਾਲ ਹੀ ਪੋਤਰੇ ਪਿਖ ਆਗੇ। ਫਿਰ ਬਾਬਾ ਜੀ ਨੇ ਵੇਖਿਆ ਬਾਬਾ ਤੇਜਭਾਨ ਜੀ ਦੇ ਘਰ ਵਿੱਚ ਪੋਤਰੇ ਵੀ ਪੈਦਾ ਹੋਏ ਜੀ। ਸਮੇਂ ਨਾਲ ਗੁਰੂ ਅਮਰਦਾਸ ਜੀ ਦੇ ਘਰ ਵਿੱਚ 2 ਪੁੱਤਰ ਪੈਦਾ ਹੋਏ, ਬਾਬਾ ਮੋਹਨ ਜੀ ਤੇ ਬਾਬਾ ਮੋਹਨ ਜੀ। ਬਾਬਾ ਤੇਜਭਾਨ ਜੀ ਨੇ ਆਪਣੇ ਪੋਤਰੇ ਵੀ ਵੇਖੇ ਜੀ। ਹਾਂਜੀ। ਅਮਰਦਾਸ ਨਿਜ ਬਾਸ ਮੈਂ ਚਿਰਕਾਲ ਬਿਤਾਵਾ। ਤੇ ਬਾਬਾ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਸਾਹਿਬ ਕੋ ਆਉਣ ਤੋਂ ਪਹਿਲਾਂ ਹੀ ਆਪਣੇ ਘਰ ਵਿੱਚ ਰਹਿੰਦੇ ਆ, ਆਪਣੇ ਘਰ 'ਚ ਸਮਾਂ ਬਤੀਤ ਕਰਦੇ ਆ। ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ 10 ਸਾਲਾਂ ਦਾ ਫਰਕ ਹੈ ਉਮਰ ਦਾ ਜੀ, ਬਸ 10 ਸਾਲ ਦਾ ਜੀ। ਔਰ ਉਹ ਸਮਾਂ ਐਸਾ ਸੀ, 4 ਗੁਰੂ ਸਾਹਿਬ ਇੱਕੋ ਸਮੇਂ ਧਰਤੀ ਤੇ ਮੌਜੂਦ ਹੋ ਗਏ ਸਨ ਜੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਤਿਆਗਿਆ, ਗੁਰੂ ਅੰਗਦ ਸਾਹਿਬ ਵੀ ਧਰਤੀ ਤੇ ਮੌਜੂਦ ਨੇ। ਗੁਰੂ ਅਮਰਦਾਸ ਸਾਹਿਬ ਉਦੋਂ ਆਪਣੇ ਨਗਰ ਬਾਸਰਕੇ ਵਿੱਚ ਰਹਿੰਦੇ ਹੁੰਦੇ ਸੀਗੇ, ਤੇ ਗੁਰੂ ਰਾਮਦਾਸ ਜੀ ਦੀ ਛੋਟੀ ਜਿਹੀ ਉਮਰ ਸੀਗੀ ਤੇ ਲਾਹੌਰ ਦੀ ਧਰਤੀ ਤੇ ਰਹਿੰਦੇ ਸਨ ਜੀ। ਸੋ ਇਹ ਇਸ ਤਰੀਕੇ ਨਾਲ ਇਹ ਆਪਣੇ ਪਿੰਡ ਵਿੱਚ ਰਹਿ ਰਹੇ, ਕੋਈ ਨਹੀਂ ਪਤਾ ਆਉਣ ਵਾਲਾ ਸਮਾਂ ਕਿਹੋ ਜਿਹਾ। ਹਾਂਜੀ। ਇੱਕ ਦਿਨ ਹਿਰਦੇ ਵਿਚਾਰਿਓ ਹੋਏ ਬੈਸ ਬਿਹਾਵਾ। ਇੱਕ ਦਿਨ ਬਾਬਾ ਜੀ ਬਾਬਾ ਅਮਰਦਾਸ ਜੀ ਨੇ ਵਿਚਾਰ ਕੀਤੀ ਆਪਣੇ ਮਨ 'ਚ ਵੀ ਮੇਰੀ ਉਮਰ ਬੜੀ ਵੱਡੀ ਹੋ ਗਈ ਹੈ। ਹਾਂਜੀ। ਦੋਹਰਾ ਕਰਤ ਬਨਜ ਫੇਰੋ ਫਿਰ ਹੈ ਧਰਮ ਸਹਿਤ ਕਿਤ ਠਾਨ। ਤੇ ਵਪਾਰ ਕਰਦੇ ਆ। ਹਾਂਜੀ। ਜਿੱਥੇ ਖੇਤੀ ਕਰਦੇ ਆ ਨਾ, ਉਥੇ ਨਾਲ ਦੀ ਨਾਲ ਵਸਤੂਆਂ ਵੀ ਵੇਚਦੇ ਆ, ਫੇਰੀ ਲਾਉਂਦੇ ਆ। ਹਾਂਜੀ। ਹੋਏ ਅਦੋਸ਼ ਜਿਮ ਜੀਵਕਾ ਨਿਰਬਾਹਤ ਗੁਜ਼ਰਾਨ। ਪਰ ਇਸ ਕੰਮ ਵਿੱਚ ਧਰਮ ਦਾ ਕੰਮ ਕਰਦੇ ਆ, ਝੂਠ ਨਹੀਂ ਬੋਲਦੇ, ਧੋਖਾ ਨਹੀਂ ਕਰਦੇ ਕਿਸੇ ਨਾਲ, ਤੇ ਘਰ ਦਾ ਗੁਜ਼ਾਰਾ ਕਰਦੇ ਆ। ਹਾਂਜੀ। ਕਰਹਿ ਅਬੈ ਸ਼ੁਭ ਕਰਮ ਕੋ ਸੁਖ ਹੋਏ ਪਰਲੋਕੰ। ਵਿਚਾਰ ਕੀ ਹੈ ਵੀ ਜੇ ਮੈਂ ਹੁਣ ਚੰਗੇ ਕੰਮ ਕਰਾਂਗਾ ਪਰਲੋਕ ਵਿੱਚ ਸੁੱਖ ਮਿਲੇਗਾ। ਇਹ ਨਹੀਂ ਸੀ ਪਤਾ ਕਿ ਇੰਨੀ ਵੱਡੀ ਪਦਵੀ ਪ੍ਰਾਪਤ ਹੋ ਜਾਣੀ, ਜਿਹੜਾ ਤੁਹਾਡੇ ਦਰਸ਼ਨ ਕਰੇਗਾ ਉਹਨੂੰ ਵੀ ਪਰਲੋਕ 'ਚ ਸੁੱਖ ਮਿਲ ਜਾਏਗਾ। ਪਰ ਅਜੇ ਆਮ ਮਨੁੱਖਾਂ ਵਾਂਗੂ ਰਹਿ ਰਹੇ ਆ। ਹਾਂਜੀ। ਨਾਹਿਤ ਰਾਗ ਰੋ ਦ્વੈਸ਼ ਮਹਿ ਲਹਿ ਹਰਖ ਸੋ ਸ਼ੋਕੰ। ਸੁਭਾਅ ਭਗਤੀ ਵਾਲਾ ਹੈ ਜੀ, ਨਾ ਹਰਖ ਨਾ ਸ਼ੋਕ, ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਜੀ। ਹਾਂਜੀ। ਦੇ ਦਮਾਮਾ ਆਨ ਜਮ ਕਸ਼ ਹੋਇ ਨਾ ਉਪਾਈ। ਤੇ ਸਾਧ ਸੰਗਤ ਫਿਰ ਮਨ 'ਚ ਵਿਚਾਰ ਕਰਦੇ ਬਾਬਾ ਅਮਰਦਾਸ ਜੀ
ਵੀ ਜਦੋਂ ਸਮਾਂ ਪੂਰਾ ਹੋ ਗਿਆ ਤੇ ਜੰਮ ਆ ਜਾਣਗੇ ਫਿਰ ਤੇ ਉਪਾਅ ਨਹੀਂ ਹੋਣਾ ਤੇ ਪਹਿਲਾਂ ਪਹਿਲਾਂ ਭਗਤੀ ਕਰ ਲਈਏ। ਹਾਂਜੀ, ਪਛਤਾਵਹਿ ਹੈ ਨਿਜ ਸਿਰ ਧੁਨ ਹੈ ਬਾਏ ਬਾਦ ਬਿਤਾਈ। ਫਿਰ ਸਮੇਂ ਨਾਲ ਪਛਤਾਉਣਾ ਪੈਂਦਾ ਬੰਦੇ ਨੂੰ ਜੀ। ਇਹ ਸਾਰੀ ਵਿਚਾਰ ਨਾ ਬੜਾ ਸਮਾਂ ਪਹਿਲਾਂ ਆਪਣੇ ਮਨ ਵਿੱਚ ਕਰਦੇ ਹੁੰਦੇ ਸੀਗੇ ਜੀ। ਕੋਈ ਵੀ ਬੰਦਾ ਹੈ ਉਹ ਆਪਣੇ ਮਨ ਵਿੱਚ ਚੰਗੇ ਬੁਰੇ ਦੀ ਵਿਚਾਰ ਤੇ ਚੱਲਦੀ ਰਹਿੰਦੀ, ਭਾਵੇਂ ਬੰਦਾ ਕਿਸੇ ਨੂੰ ਬੋਲ ਕੇ ਦੱਸੇ ਜਾਂ ਨਾ ਦੱਸੇ ਜੀ। ਹਾਂਜੀ, ਤੀਰਥ ਕੈ ਤਪਸਾ ਕਰ ਹੈ ਅਬ ਸਮੋ ਹਮਾਰਾ। ਇਸ ਕਰਕੇ ਬਾਬਾ ਅਮਰਦਾਸ ਜੀ ਵਿਚਾਰ ਕਰਦੇ ਆ ਵੀ ਹੁਣ ਸਮਾਂ ਮੇਰੇ ਕੋਲ ਤੇ ਮੈਂ ਤੀਰਥਾਂ ਦੀ ਯਾਤਰਾ ਕਰਕੇ ਆਵਾਂ। ਹਾਂਜੀ, ਤਰੁਣ ਅਵਸਥਾ ਇਹ ਬਨ ਹੈ ਬ੍ਰਿਧ ਤਨ ਬਲਹਾਰਾ। ਤੇ ਕਿਉਂ ਹੁਣ ਤੇ ਸਰੀਰ 'ਚ ਅਜੇ ਜਾਨ ਹੈ ਤੇ ਜਦੋਂ ਬਜ਼ੁਰਗੀ ਆ ਗਈ ਫਿਰ ਬਲ ਹਾਰ ਜਾਏਗਾ ਤੇ ਮਨਾ ਮੈਂ ਪਹਿਲਾਂ ਹੀ ਕੋਸ਼ਿਸ਼ ਕਰਾਂ ਤੀਰਥਾਂ ਦੀ ਯਾਤਰਾ ਕਰਾਂ। 62 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਏ ਜੀ। ਉਹਦੇ ਤੋਂ 19 ਸਾਲ ਪਹਿਲਾਂ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ ਜੀ। ਇਹਦਾ ਮਤਲਬ ਉਦੋਂ ਸਰੀਰ ਤੰਦਰੁਸਤ ਸੀਗਾ। ਹਾਂਜੀ, ਇਤਿਆਦਕ ਤਰਕ ਦਰਦੈ ਪੁਨ ਨਿਸ਼ਚੈ ਕੀਨਾ। ਮੈਂ ਤੀਰਥਾਂ ਤੇ ਜਾ ਕੇ ਆਵਾਂ, ਇਹ ਵਿਚਾਰ ਬਾਬਾ ਅਮਰਦਾਸ ਜੀ ਆਪਣੇ ਮਨ ਵਿੱਚ ਕਰਦੇ ਹੀ ਰਹਿੰਦੇ ਹੁੰਦੇ ਸੀਗੇ ਜੀ। ਹਾਂਜੀ, ਸੇਵਨ ਗੰਗਾ ਕੋ ਕਰ ਹੈ ਕਲ ਮੈਂ ਅਗਸ਼ੀਨਾ। ਤੇ ਜੋ ਘਰ ਦੀ ਰਵਾਇਤ ਸੀ ਉਹਦੇ ਅਨੁਸਾਰ ਦਾਸ ਬਚਨ ਕਰਨ ਲੱਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਦੇ ਅਨੁਸਾਰ ਉਹ ਕੀ ਬਚਨ ਕਰਦੇ ਜੀ? ਉਹ ਕਹਿੰਦੇ ਆ ਵੀ ਮੈਂ ਗੰਗਾ ਦੇ ਇਸ਼ਨਾਨ ਕਰਕੇ ਆਵਾਂ। ਸੁਣਿਆ ਗੰਗਾ ਜੀ ਦਾ ਇਸ਼ਨਾਨ ਕੀਤਿਆਂ ਪਾਪ ਨਾਸ਼ ਹੁੰਦੇ ਆ। ਹਾਂਜੀ, ਖਸ਼ਟ ਮਾਸ ਕੋ ਪ੍ਰਣ ਕਰਿਓ ਬਾਹਨ ਬਿਖ ਚਾਲੇ। ਹਾਂਜੀ, ਸੁਰ ਸਰ ਨੀਰ ਸਵਾਨਸ਼ੀ ਧਰ ਹਰਖ ਵਿਸਾਲੇ। ਗੱਜ ਕੇ ਆਖੋ ਵਾਹਿਗੁਰੂ। ਤੇ ਪ੍ਰਣ ਕਰ ਲਿਆ ਜੀ। ਹਾਂਜੀ, 6 ਮਹੀਨਿਆਂ ਦਾ ਪ੍ਰਣ ਕੀਤਾ ਵੀ ਮੈਂ ਹੁਣ 6 ਮਹੀਨੇ ਲਾ ਕੇ ਆਉਣੇ ਆ। ਤੇ ਉਦੋਂ ਕਿਹੜਾ ਕੋਈ ਸੰਤ ਹੁੰਦਾ ਸੀਗਾ? ਪੈਦਲ ਤੁਰ ਪਏ ਜੀ, ਪੈਦਲ ਹੀ ਮਹਾਰਾਜ, ਪੈਦਲ ਹੀ। ਤੇ ਸਮਾਂ ਪਾ ਕੇ ਜਾ ਕੇ ਪਹੁੰਚੇ ਤੇ ਜਾ ਕੇ ਇਸ਼ਨਾਨ ਕੀਤਾ ਗੰਗਾ ਜੀ ਦੇ ਜੀ। ਹਾਂਜੀ, ਹਿਰਦੇ ਕਾਮਨਾਹੀਨ ਹੋਏ ਪੂਜੈ ਥਿਤ ਤੀਰਾ। ਤੇ ਫਿਰ ਕੋਲ ਗੰਗਾ ਜੀ ਦੇ ਕੰਢੇ ਬੈਠ ਕੇ ਘੜੀ ਪਾਠ ਪੂਜਾ ਵੀ ਕੀਤੀ ਜੀ ਉਸ ਸਮੇਂ। ਹਾਂਜੀ, ਚੰਦਨ ਚਰਚਤ ਕੁਸਮ ਗਨ ਅਰਪੈ ਉਰ ਧੀਰਾ। ਫੁੱਲ ਭੇਟਾ ਕੀਤੇ ਐ, ਹੋਰ ਵਸਤੂਆਂ ਭੇਟਾ ਕੀਤੀਆਂ ਉੱਥੇ ਜਾ ਕੇ। ਹਾਂਜੀ, ਦੇਵਹਿ ਧੂਪ ਸੋ ਨਰਮ ਹੋਏ ਚਲ ਡਾਰ ਪਤਾਸੇ। ਬੜੇ ਨਮਰ ਹੋ ਕੇ ਨਾ ਜੀ ਧੂਫ ਦਿਖਾਇਆ ਗੰਗਾ ਨੂੰ ਤੇ ਵਿੱਚ ਪਤਾਸੇ ਪਾਏ, ਸਤਿਕਾਰ ਕੀਤਾ। ਹਾਂਜੀ, ਵਰਤ ਕਰੈ ਤੇ ਸਕੂਲ ਪਰ ਰਹਿ ਕਰ ਉਪਵਾਸੇ। ਤੇ ਕੁਝ ਦਿਨ ਉੱਥੇ ਹਰਿਦੁਆਰ ਰਹਿੰਦੇ ਹੁੰਦੇ ਸੀਗੇ ਜੀ ਗੰਗਾ ਜੀ ਦੇ, ਜਾ ਕੇ ਵਰਤ ਰੱਖਦੇ ਹੁੰਦੇ ਸੀਗੇ ਜੀ। ਹਾਂਜੀ, ਅਧਿਕ ਭਾਉ ਧਰ ਜਾਤ ਹੈ ਜੈਕਾਰ ਉਚਾਰੇ। ਇਸ ਤਰੀਕੇ ਨਾਲ ਬੜੀ ਭਾਵਨਾ ਦੇ ਨਾਲ ਜਾਣਾ ਤੇ ਜਾ ਕੇ ਜਕਾਰੇ ਲਾਉਣੇ। ਸੰਗ ਹੌਲੀ ਹੌਲੀ ਬਣ ਗਿਆ, ਬੜੇ ਲੋਕ ਇਕੱਠੇ ਹੋ ਕੇ ਜਾਂਦੇ ਹੁੰਦੇ ਸਨ ਗੰਗਾ ਜੀ ਦੇ। ਹਾਂਜੀ, ਇਸੀ ਰੀਤ ਨਿਸ਼ਕਾਮ ਹੀ ਬਹੁ ਬਾਰ ਪਧਾਰੇ। ਤੇ 19 ਵਾਰ ਪਿਆਰਿਓ ਆਪਣੇ ਜੀਵਨ ਵਿੱਚ 19 ਵਾਰ ਮਹਾਰਾਜ ਫਿਰ ਗੰਗਾ ਜੀ ਦੇ ਜਾਂਦੇ ਰਹੇ ਜੀ। ਜਾਣਾ, ਇਸ਼ਨਾਨ ਕਰਨਾ, ਵਰਤ ਰੱਖਣਾ, ਕਈ ਦਿਨ ਹਰਿਦੁਆਰ ਰਹਿ ਕੇ ਆਣਾ ਜੀ। ਹਾਂਜੀ, ਚੌਪਈ ਅਤ ਪਵਿੱਤਰ ਯਾਤਰਾ ਕੋ ਕਰੈ। ਤੇ ਬੜੇ ਮਨ ਵਿੱਚ ਪ੍ਰੇਮ ਨਾਲ ਨਾ ਜੀ ਯਾਤਰਾ ਕਰਨੀ ਜੀ, ਯਾਤਰਾ। ਹਾਂਜੀ, ਸਰਬ ਵਿਕਾਰ ਹਿਰਦੈ ਪਰ ਹਰੈ। ਸਾਰੇ ਵਿਕਾਰ ਦੂਰ ਕਰਨੇ ਜੀ, ਬੜੇ ਸ਼ੁੱਧ ਮਨ ਹੋ ਕੇ ਕੰਮ ਕਰਨਾ ਸਾਰਾ। ਹਾਂਜੀ, ਕਾਮ ਨਾ ਕ੍ਰੋਧ ਨਾ ਲੋਭ ਨਾ ਧਾਰੈ ਸੁਚ ਸੰਜਮ ਕੇ ਸਾਥ ਸਿਧਾਰੈ। ਤੇ ਬੜੀ ਸੁਚਮਤਾ ਦੇ ਨਾਲ ਜਾਣਾ, ਮਰਜ਼ਾਦਾ ਦੇ ਨਾਲ ਜਾਣਾ। ਸਾਧ ਸੰਗਤ ਜੀ, ਜਦੋਂ ਵੀ ਕਿਸੇ ਤੀਰਥ ਤੇ ਜਾਓ, ਭਾਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਹੇਮਕੁੰਡ ਸਾਹਿਬ ਹੈ, ਕਿਤੇ ਵੀ ਜਾਓ ਤਾਂ ਕੋਸ਼ਿਸ਼ ਕਰੋ ਸੁਚਮਤਾ ਦੇ ਨਾਲ ਜਾਓ।
ਪਵਿੱਤਰਤਾ ਦੇ ਨਾਲ ਜਾਓ, ਮਰਜ਼ਾਦਾ ਦੇ ਨਾਲ ਜਾਓ। ਹੁਣ ਆਪਾਂ ਜਾਂਦੇ ਆ ਯਾਤਰਾ ਤੇ, ਆਪਣਾ ਕੀ ਹੁੰਦਾ ਵੀ ਹਜੂਰ ਸਾਹਿਬ ਗਏ ਆ, ਉਸ ਇਲਾਕੇ ਚੋਂ ਤੇਲ ਸਸਤਾ ਤੇ ਵਧੀਆ ਮਿਲਦਾ, ਉਹ ਵੀ ਨਾਲ ਹੀ ਲੈ ਆਵਾਂਗੇ। ਤੇ ਫਿਰ ਪਿਆਰਿਓ ਵਪਾਰ ਹੋ ਗਿਆ, ਯਾਤਰਾ ਦੇ ਨਾ ਹੋਈ, ਦਰਸ਼ਨ ਮੇਲੇ ਤੇ ਨਾ ਹੋਏ ਜੀ। ਹਾਂਜੀ, ਫਿਰ ਤੇ ਵਪਾਰ ਕਰਕੇ ਆਏ ਜੀ। ਜਦੋਂ ਯਾਤਰਾ ਜਾਣਾ ਫਿਰ ਯਾਤਰਾ ਹੀ ਜਾਣਾ ਜੀ, ਫਿਰ ਹੋਰ ਕੰਮ ਨਹੀਂ ਕਰਨੇ ਜੀ। ਹਾਂਜੀ, ਪਹਿਲੇ ਸਮੇਂ ਲੋਕ ਕਹਿੰਦੇ ਸੀ ਨਨਕਾਣਾ ਸਾਹਿਬ ਹੋ ਆਈਏ, ਨਾਲੇ ਗਿਰੀਆਂ ਛਵਾਵਰੇ ਮੇਵੇ ਜਿਹੜੇ ਆ ਸਸਤੇ ਮਿਲਦੇ ਉਧਰੋਂ ਲੈ ਆਵਾਂਗੇ। ਇਹਦਾ ਮਤਲਬ ਤੁਸੀਂ ਤੇ ਉਹ ਲੈਣ ਗਏ, ਯਾਤਰਾ ਤੇ ਕਰਨ ਹੀ ਨਾ ਗਏ ਜੀ। ਮਹਾਰਾਜ ਜਦੋਂ ਗਏ ਆ ਨਾ, ਤੇ ਕੋਈ ਮਨ ਵਿੱਚ ਸੰਕਲਪ ਨਹੀਂ, ਕੇਵਲ ਯਾਤਰਾ ਦਾ ਹੀ ਸੰਕਲਪ ਹੁੰਦਾ ਸੀਗਾ। ਹਾਂਜੀ, ਖਸ਼ਟ ਮਾਸ ਬੀਤੇ ਜਬ ਜਾਵੇ, 6 ਮਹੀਨੇ ਬੀਤ ਜਾਂਦੇ ਤੇ ਤੁਰ ਪੈਣਾ, ਤੇ 6 ਮਹੀਨੇ ਰਾਹ 'ਚ ਲੱਗ ਜਾਣੇ। ਵਾਹਿਗੁਰੂ 6 ਮਹੀਨੇ ਤੇ ਨਹੀਂ ਸੀ ਰਾਹ 'ਚ ਲੱਗਦੇ, ਲੰਮਾ ਸਮਾਂ ਲੱਗਦਾ ਸੀਗਾ। ਤੁਰ ਕੇ ਜਾਣਾ, ਤੁਰ ਕੇ ਆਉਣਾ, ਉੱਥੇ ਰਹਿਣਾ ਵੀ। ਹਾਂਜੀ, ਗ੍ਰਹਿ ਭੀ ਬੈਠੇ ਸੁਰ ਸਰ ਧਿਆਵੇ, ਤੇ ਜਦੋਂ ਯਾਤਰਾ ਕਰਕੇ ਘਰ ਆ ਜਾਣਾ ਨਾ ਜੀ, ਤੇ ਘਰ ਆ ਕੇ ਵੀ ਧਿਆਨ ਉੱਥੋਂ ਦਾ ਹੀ ਰੱਖਣਾ ਜੀ, ਗੰਗਾ ਜੀ ਦਾ ਜੀ। ਹਾਂਜੀ, ਊਨ ਬਿਨਸਤੀ ਬਾਰ ਗਏ ਜਬ, ਹਾਂਜੀ, ਦੇਹ ਜਰਜਰੀ ਭੂਤ ਤਬੀ ਭਰ। 19 ਵਾਰ ਫਿਰ ਗੰਗਾ ਜੀ ਦੀ ਯਾਤਰਾ ਕੀਤੀ ਮਹਾਰਾਜ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ, ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਬੰਦੇ ਦਾ ਜੀਵਨ ਕੈਸਾ। ਪਰ ਮੈਂ ਇੱਕ ਗੱਲ ਕਹਿ ਦਿੰਦਾ ਸੰਗਤ ਜੀ, ਆਉਣ ਦੀ ਦੇਰ ਹੈ ਗੁਰੂ ਘਰ ਵਿੱਚ, ਮਹਾਰਾਜ ਜੀਵਨ ਸਵਾਰ ਦਿੰਦੇ ਬੰਦੇ ਦਾ ਜੀ। 19 ਵਾਰ ਗੰਗਾ ਜੀ ਦੇ ਗਏ ਜੀ। ਹੁਣ ਸਰੀਰ ਬਜ਼ੁਰਗ ਹੋ ਗਿਆ ਜੀ। ਹਾਂਜੀ, ਚਲਹਿ ਚਰਨ ਸਿਮਰਨ ਕੋ ਕਰਤੇ, ਫਿਰ ਵੀ ਚਰਨਾਂ ਦੇ ਨਾਲ ਜਾਣਾ ਤੇ ਰਸਤੇ ਵਿੱਚ ਸਿਮਰਨ ਕਰਦੇ ਜਾਣਾ। ਮੈਂ ਬੜੀ ਵਾਰੀ ਤੁਹਾਨੂੰ ਬੇਨਤੀ ਕੀਤੀ ਹੈ, ਜਦੋਂ ਗੁਰਦੁਆਰਾ ਸਾਹਿਬ ਨੂੰ ਆਓ, ਇੱਕ ਪੈਰ ਚੁੱਕੋ ਤੇ ਬੋਲੋ ਵਾਹਿ, ਦੂਜਾ ਫਿਰ ਚੁੱਕੋ ਤੇ ਬੋਲੋ ਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਨਹੀਂ ਵੀ ਜਦੋਂ ਗੁਰਦੁਆਰਾ ਸਾਹਿਬ ਆਉਣਾ ਤੇ ਰਸਤੇ 'ਚ ਗੱਲਾਂ ਹੀ ਕਰੀ ਜਾਣੀਆਂ, ਤੇ ਇੱਥੋਂ ਘਰ ਜਾਣਾ ਤੇ ਤਾਂ ਵੀ ਗੱਲਾਂ ਕਰਨੀਆਂ। ਨਹੀਂ, ਸਿਮਰਨ ਕਰਨਾ, ਵੱਧ ਤੋਂ ਵੱਧ ਸਿਮਰਨ ਕਰਨਾ ਹੈ। ਹੁਣ ਤੁਰਦੇ ਜਾਣ, ਸਿਮਰਨ ਕਰੀ ਜਾਣ। ਹਾਂਜੀ, ਉੱਚੇ ਜੈ ਜੈਕਾਰ ਉਚੰਤੇ, ਸੰਗ ਦੇ ਨਾਲ ਮਿਲ ਕੇ ਉੱਚੀ ਉੱਚੀ ਜੈ ਜੈਕਾਰ ਕਰਦੇ ਹਨ। ਬਾਹਰ 20ਵੀਂ ਵਾਰ ਪਧਾਰੇ, ਤੇ ਫਿਰ 20ਵੀਂ ਵਾਰ ਗਏ ਜੀ ਮਹਾਰਾਜ ਅਮਰਦਾਸ, ਸ੍ਰੀ ਗੁਰੂ ਅਮਰਦਾਸ ਸਾਹਿਬ। ਹਾਂਜੀ, ਮਿਹੜਾ ਗ੍ਰਾਮਿਕ ਪੰਥ ਮਝਾਰੇ, ਤੇ ਚਲਦਿਆਂ ਚਲਦਿਆਂ ਰਸਤੇ ਵਿੱਚ ਇੱਕ ਪਿੰਡ ਆਇਆ, ਜਿਸ ਪਿੰਡ ਦਾ ਨਾਮ ਸੀ ਮਿਹੜਾ। ਹਾਂਜੀ, ਬਸ ਹੈ ਵਿਪਰ ਇੱਕ ਤਹ ਅਦਵਿਦਾਤ, ਉਸ ਪਿੰਡ ਵਿੱਚ ਇੱਕ ਬੜਾ ਅਵਦਾਤ, ਬੜਾ ਪ੍ਰਸਿੱਧ ਬ੍ਰਾਹਮਣ ਰਹਿੰਦਾ ਹੁੰਦਾ ਸੀਗਾ ਜੀ। ਹਾਂਜੀ, ਹੁਤੋ ਸਾਰਸੁਤ ਭੰਬੀ ਜਾਤ, ਉਹ ਭੰਬੀ ਗੋਤ ਦਾ ਸੀਗਾ ਜੀ, ਭੰਬੀ ਗੋਤ ਦਾ। ਤੇ ਹੁਤੋ ਸਾਰਸੁਤ ਬ੍ਰਾਹਮਣ ਸੀਗਾ ਜੀ। ਹਾਂਜੀ, ਦੁਰਗਾ ਨਾਮ ਭਨੈ ਤਿਸ ਕੇਰਾ, ਇਹ ਸਾਰਸੁਤ ਸਰਸਵਤੀ ਬ੍ਰਾਹਮਣ ਵੱਖਰੇ ਹੁੰਦੇ ਆ, ਉਹ ਸੀਗਾ। ਤੇ ਨਾਮ ਉਹਦਾ ਕੀ ਸੀਗਾ? ਨਾਮ ਸੀ ਉਹਦਾ ਦੁਰਗਾ ਦਾਸ, ਉਸ ਬ੍ਰਾਹਮਣ ਦਾ। ਹਾਂਜੀ, ਕਰਹਿ ਯਾਤਰੀ ਜਹਾਂ ਬਸੇਰਾ, ਤੇ ਉਸ ਪਿੰਡ ਵਿੱਚ ਜਾ ਕੇ ਯਾਤਰੀ ਜਦੋਂ ਲੰਘਦੇ ਸਨ ਤੇ ਉਹਦੇ ਘਰ ਰੁਕ ਕੇ ਜਾਂਦੇ ਹੁੰਦੇ ਸੀਗੇ ਜੀ। ਪਿੰਡ ਕਿਹੜਾ ਸੀ ਭਲਾ? ਮਿਹੜਾ। ਹਾਂਜੀ, ਆਵਤ ਜਾਤ ਪਾਏ ਬਿਸਰਾਮਾ, ਜਦੋਂ ਹਰਿਦੁਆਰ ਜਾਣਾ ਯਾਤਰੀਆਂ ਨੇ, ਜਾਂਦਿਆਂ ਵੀ ਰੁਕਣਾ, ਆਉਂਦਿਆਂ ਵੀ ਉਹਦੇ ਘਰ ਰੁਕਣਾ। ਸਾਦਰ ਕਰੈ ਉਤਾਰਨ ਧਾਮਾ, ਉਹ ਵੀ ਬੜੇ ਸਤਿਕਾਰ ਨਾਲ ਆਪਣੇ ਘਰ ਵਿੱਚ ਆਏ ਗਏ ਦਾ ਵਿਸ਼ਰਾਮ ਕਰਾਉਂਦਾ ਸੀ। ਬੜੀ ਵੱਡੀ ਸੇਵਾ ਆ ਇਹ। ਹਾਂਜੀ, ਤਹਾਂ ਗਏ ਸ੍ਰੀ ਅਮਰ ਸੁਜਾਨਾ, ਤੇ ਚਲਦਿਆਂ ਚਲਦਿਆਂ ਮਿਹੜੇ ਪਿੰਡ ਵਿੱਚ ਗੁਰੂ ਅਮਰਦਾਸ ਸਾਹਿਬ ਵੀ ਪਹੁੰਚ ਗਏ। ਬਾਬਾ ਜੀ ਅਸਲ 'ਚ ਅਜੇ ਗੁਰਤਾ ਗੱਦੀ ਤੇ ਨਹੀਂ ਨਾ ਬੈਠੇ। ਹਾਂਜੀ, ਪੰਥ ਤਪਤ ਭਾਨੁਜ ਮਧਿਆਨਾ, ਤੇ ਸਾਧ ਸੰਗਤ ਦੀ ਰਸਤੇ ਵਿੱਚ ਬੜੀ ਧੁੱਪ ਹੈ,
ਤੇ ਮਨ ਵਿੱਚ ਵਿਚਾਰ ਕੀਤੀ ਵੀ ਦੁਰਗਾ ਦਾਸ ਦੇ ਘਰ ਰੁਕ ਜੀਏ। ਹਾਂਜੀ। ਥਿਰੇ ਦੁਪਹਿਰਾ ਹੇਤ ਬਿਤਾਵਨ, ਦੁਪਹਿਰ ਕੱਟਣ ਵਾਸਤੇ ਪੌੜ ਰਹੇ ਨਿਜ ਕੀਰਤ ਪਾਵਨ। ਤੇ ਮਹਾਰਾਜ ਉਹਦੇ ਘਰ ਵਿੱਚ ਲੇਟ ਗਏ ਜੀ, ਉਹਦੇ ਘਰ ਵਿੱਚ ਲੇਟ ਗਏ। ਹਾਂਜੀ। ਵਿਦਿਆ ਪੜਿਓ ਸੋ ਵਿਪਰ ਬਿਸ਼ੇਖਾ, ਉਹ ਜਿਹੜਾ ਬ੍ਰਾਹਮਣ ਸੀ ਨਾ ਦੁਰਗਾ ਦਾਸ, ਉਹ ਬੜਾ ਵਿਦਵਾਨ ਸੀਗਾ। ਹਾਂਜੀ। ਸਮੁੰਦਰਿਕ ਭੀ ਤਿਸਨੇ ਦੇਖਾ, ਉਹਨੇ ਇੱਕ ਗ੍ਰੰਥ ਪੜ੍ਹਿਆ ਸੀਗਾ, ਜਿਸ ਗ੍ਰੰਥ ਦਾ ਨਾਮ ਹੈ ਸਮੁੰਦਰਕ ਗ੍ਰੰਥ। ਉਹ ਗ੍ਰੰਥ ਵਿੱਚ ਪਤਾ ਕੀ ਲਿਖਿਆ ਹੁੰਦਾ? ਸਰੀਰ ਦੇ ਅੰਗ ਜਿਹੋ ਜਿਹੇ ਆ, ਤੇ ਫਿਰ ਸਰੀਰ ਤੇ ਕਈਆਂ ਦੇ ਨਿਸ਼ਾਨੀਆਂ ਹੁੰਦੀਆਂ। ਕਿਸੇ ਦੀ ਬਾਂਹ ਤੇ ਨਿਸ਼ਾਨੀ ਹੈ, ਕਿਸੇ ਦੇ ਮੱਥੇ ਤੇ ਹੁੰਦੀ ਹੈ। ਉਹ ਸਾਰਾ ਦੱਸਿਆ ਹੁੰਦਾ ਵੀ ਜੇ ਕਿਸੇ ਦੇ ਇਸ ਅੰਗ ਤੇ ਨਿਸ਼ਾਨੀ ਹੋਵੇ ਤਾਂ ਉਹ ਕੀ ਬਣੇਗਾ। ਉਹ ਸਾਰਾ ਕੁਝ ਉਸ ਗ੍ਰੰਥ 'ਚ ਲਿਖਿਆ ਹੁੰਦਾ। ਦੁਰਗਾ ਦਾਸ ਨੇ ਉਹ ਗ੍ਰੰਥ ਪੜ੍ਹਿਆ ਹੋਇਆ ਸੀਗਾ। ਹਾਂਜੀ। ਸੁੰਦਰ ਪਦ ਅਰਬਿੰਦ ਨਿਹਾਰਾ, ਤੇ ਉਹਨੇ ਵੇਖਿਆ ਵੀ ਜਦੋਂ ਮਹਾਰਾਜ ਆਰਾਮ ਕਰਨ ਦੇ ਨਾ ਲੇਟੇ ਹੋਏ ਆ, ਉਹਨੇ ਮਹਾਰਾਜ ਦਾ ਚਰਨ ਵੇਖਿਆ ਜੀ, ਚਰਨ। ਹਾਂਜੀ। ਜਿਨਕੇ ਹੁਤੋ ਸੋ ਪਦਮ ਆਕਾਰਾ, ਤੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪਿਆਰ ਨਾਲ ਆਖੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 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 ਉਹਨੇ ਕੀ ਵੇਖਿਆ? ਉਹਨੇ ਵੇਖਿਆ ਵੀ ਇਹਨਾਂ ਦੇ ਤੇ ਚਰਨਾਂ ਤੇ ਪਦਮ ਬਣਿਆ ਹੋਇਆ। ਪਦਮ ਨਾਮ ਫੁੱਲ ਦਾ ਹੈ। ਕਈ ਚੱਕਰ ਕਹਿੰਦੇ ਆ, ਸ਼ੰਖ ਵੀ ਕਹਿੰਦੇ ਆ। ਇੱਕ ਨਿਸ਼ਾਨ ਹੁੰਦਾ ਹੈ ਚਰਨਾਂ ਦੇ ਵਿੱਚ, ਕਈਆਂ ਦੇ ਹੱਥ ਤੇ ਹੁੰਦਾ। ਹਾਂਜੀ। ਵੇਖਿਓ ਦੂਰ ਤੇ ਪੁੰਨ ਢਿੱਗ ਆਇਓ, ਉਹ ਦੂਰੋਂ ਹੀ ਉਹਨੇ ਵੇਖਿਆ ਵੀ ਚਮਕਾਂ ਕੀ ਮਾਰਦਾ ਹੈ, ਵੇਖਿਆ ਚਰਨਾਂ ਤੇ ਪਦਮ ਹੈ। ਗੱਜ ਕੇ ਆਖੋ ਵਾਹਿਗੁਰੂ। ਸਾਰਿਆਂ ਦੇ ਨਹੀਂ ਹੁੰਦਾ। ਹੁਣ ਕਥਾ ਸੁਣ ਕੇ ਐਵੇਂ ਆਪਣੇ ਚਰਨ ਨਾ ਵੇਖਣ ਲੱਗ ਪਿਓ, ਸ਼ਾਇਦ ਸਾਡੇ ਵੀ ਬਣਿਆ ਹੋਵੇ। ਇਹ ਤਾਂ ਗੁਰੂ ਦੇ ਹੀ ਹੁੰਦਾ। ਤੇ ਉਹਨੇ ਫਿਰ ਨੇੜੇ ਆਇਆ ਜੀ ਉਹ। ਹਾਂਜੀ। ਨੀਕੀ ਰੀਤ ਬਾਹਰ ਦਰਸਾਇਓ, ਬੜੇ ਚੰਗੇ ਤਰੀਕੇ ਨਾਲ ਫਿਰ ਉਹਨੇ ਦਰਸ਼ਨ ਕੀਤੇ ਮਹਾਰਾਜ ਦੇ। ਹਾਂਜੀ। ਹਿਰਦੇ ਵਿਚਾਰ ਹੈ ਤਰਕ ਅਨੇਕਾ, ਆਪਣੇ ਹਿਰਦੇ 'ਚ ਬੜੀਆਂ ਤਰਕਾਂ ਕਰਦਾ ਜੀ, ਉਹ ਸੋਚਦਾ। ਹਾਂਜੀ। ਇਹ ਉੱਤਮ ਲਛਣ ਪਗ ਏਕਾ, ਸੋਚਦਾ ਵੀ ਇਹ ਪਦਮ ਰੇਖਾ ਹੈ ਜਿਹੜੀ ਵਿਸ਼ਨੂੰ ਜੀ ਦੇ ਹੋਈ ਹੈ, ਉਹਨਾਂ ਦੇ ਚਰਨਾਂ 'ਚ ਸੀ। ਹਾਂਜੀ। ਸ਼੍ਰੀਪਤ ਵਿਸ਼ਨ ਭਏ ਅਵਤਾਰਾ, ਹਾਂਜੀ। ਕਿਦਹੋਂ ਚੱਕਰਵਰਤੀ ਨਿਰਪ ਭਾਰਾ। ਤੇ ਜਾਂ ਤੇ ਇਹ ਅਵਤਾਰ ਹੈ ਰੱਬ ਦੇ, ਜਾਂ ਕੋਈ ਬੜੇ ਵੱਡੇ ਰਾਜੇ ਹੈ, ਕਿਉਂ ਰਾਜੇ ਚੱਕਰਵਰਤੀ ਦੇ ਵੀ ਹੁੰਦੀ ਹੈ। ਹਾਂਜੀ। ਇਨ ਦੋਇਨ ਬਿਨ ਅਪਰ ਨਾ ਕੋ, ਹੋਰ ਕਿਸੇ ਦੀ ਨਹੀਂ ਹੋ ਸਕਦੀ। ਹਾਂਜੀ। ਪਦਮ ਰੇਖ ਇਮਧਾਰ ਹੈ ਦੋ, ਤੇ ਇਹ ਜਿਹੜੀ ਪਦਮ ਰੇਖਾ ਹੈ, ਇਹਨਾਂ ਦੇ ਚਰਨਾਂ ਤੇ ਕੋਈ ਨਾ ਕੋਈ ਤੇ ਖਾਸ ਕਾਰਨ ਹੈ। ਹਾਂਜੀ। ਪੌੜੇ ਸੁਪਤ ਰਹੇ ਤਿਹ ਜਾਵਦ, ਰਹਿਓ ਵਿਚਾਰਤ ਦਿਜ ਬਰਤਾਵਤ। ਤੇ ਸਾਧ ਸੰਗਤ ਜਿੰਨਾ ਚਿਰ ਤੱਕ ਮਹਾਰਾਜ ਗੁਰੂ ਅਮਰਦਾਸ ਸਾਹਿਬ ਆਰਾਮ ਕਰਦੇ ਰਹੇ, ਉਹ ਬ੍ਰਾਹਮਣ ਪਦਮ ਦੇ ਹੀ ਦਰਸ਼ਨ ਕਰਦਾ ਰਿਹਾ, ਪਦਮ ਦੇ ਹੀ। ਤੇ ਵੇਖਦਾ ਰਿਹਾ, ਵਿਚਾਰ ਵੀ ਕਰਦਾ ਰਿਹਾ ਵੀ ਜਾਂ ਤੇ ਅਵਤਾਰ ਹੈ ਜਾਂ ਕੋਈ ਚੱਕਰਵਰਤੀ ਰਾਜੇ ਹੈ। ਸੋ ਇਹਦੇ ਤੋਂ ਅੱਗੇ ਜੋ ਹੋਏਗਾ, ਮਹਾਰਾਜ ਉੱਠਣਗੇ, ਕੀ ਬਚਨ ਹੋਣਗੇ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਕਹੋ ਵਾਹਿਗੁਰੂ 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 ਵਾਹਿਗੁਰੂ।
ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।